ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਐਂਡ ਫਸਟ ਆਫ ਆਲ ਜੋ ਇਹ ਵੀਡੀਓ ਬਣਾਉਣ ਦੀ ਮੈਨੂੰ ਮੋਟੀਵੇਸ਼ਨ ਮਿਲੀ ਹੈ ਐਂਡ ਆਪਾਂ ਅੱਗੇ ਜਾਣ ਤੋਂ ਪਹਿਲਾਂ ਮੈਂ ਆਪਣੇ ਐਗਜ਼ਿਸਟਿੰਗ ਸਟੂਡੈਂਟਸ ਨੂੰ ਕੰਗ੍ਰੈਚੁਲੇਟ ਕਰਨਾ ਚਾਹ ਰਿਹਾ। ਉਹਨਾਂ ਨੇ ਆਪਣਾ ਲੈਵਲ 1 ਰੀਸੈਂਟਲੀ ਕਲੀਅਰ ਕੀਤਾ। ਸਾਡੇ ਕੋਲ 8 ਐਨਰੋਲਮੈਂਟ ਸੀਗੀਆਂ ਜੀ ਅਤੇ ਸਾਰੇ ਦੇ ਸਾਰੇ ਸਟੂਡੈਂਟਸ ਨੇ ਲੈਵਲ 1 ਕਲੀਅਰ ਕਰ ਲਿਆ ਐਂਡ ਉਹ ਸਟੂਡੈਂਟਸ ਨੈਕਸਟ ਉਹਨਾਂ ਲਈ ਇੱਕ ਜ਼ਰੂਰ ਮੈਸੇਜ ਹੈ ਲੈਵਲ 2 ਲਈ ਆਪਾਂ ਨੂੰ ਆਪਣੇ ਆਪ ਨੂੰ ਟਾਈਮ ਸਿਰ ਐਨਰੋਲ ਕਰੋ ਤਾਂ ਕਿ ਸੀਟਸ ਫਿਲ ਅਪ ਨਾ ਹੋ ਜਾਣ। Okay, my name is Professor Ankit and I am from Get It Done Education Consultants। ਤੇ ਅੱਜ ਦਾ ਜੋ ਟੌਪਿਕ ਹੈ ਇਹ ਵੀਡੀਓ ਨੂੰ ਬਣਾਉਣ ਲਈ ਉਹ ਤੁਹਾਨੂੰ ਗਾਈਡੈਂਸ ਦੇਣੀ ਹੈ ਕੁਝ ਸਬਜੈਕਟਸ ਰਿਗਾਰਡਿੰਗ ਕੁਝ ਕੋਰਸਿਸ ਰਿਗਾਰਡਿੰਗ ਜੋ ਕਿ ਸਪੈਸ਼ਲੀ ਕੰਪਿਊਟਰ ਸਾਇੰਸ ਜਾਂ ਆਈਟੀ ਦੇ ਬੈਕਗਰਾਊਂਡ ਵਾਲੇ ਸਟੂਡੈਂਟਸ ਲਈ ਹੈ। ਠੀਕ ਹੈ ਜੀ, ਆਪਾਂ ਚੱਲਦੇ ਹਾਂ, ਓਪਨ ਕਰਦੇ ਹਾਂ ਐਂਡ ਆਈ'll ਟੇਕ ਯੂ ਟੂ ਦ ਵਨ ਆਫ ਦ ਵੈਬਸਾਈਟਸ। ਤਾਂ ਵੈਬਸਾਈਟ ਦਾ ਨਾਮ ਹੈ ਜੀ ਇਹ ਹੈ ਕੋਨੈਸਟੋਗਾ ਕਾਲਜ। ਤਾਂ ਕੈਨੇਡਾ ਦੇ ਵਿੱਚ ਜਿਹੜੇ ਐਸਪੀਰੈਂਟਸ ਹੈ ਜੋ ਸਟੂਡੈਂਟਸ ਆਈਟੀ ਬੈਕਗਰਾਊਂਡ ਯਾਨੀ ਕਿ ਕੰਪਿਊਟਰ ਬੈਕਗਰਾਊਂਡ ਦੇ ਹੈਗੇ ਨੇ ਅਤੇ ਕੈਨੇਡਾ ਮੂਵ ਕਰਨਾ ਚਾਹੁੰਦੇ ਹੈ ਤਾਂ ਉਹਨਾਂ ਕੋਲੇ ਜੋ ਕੋਰਸ ਸਿਲੈਕਸ਼ਨ ਦੀਆਂ ਕੁਝ ਆਪਸ਼ਨਸ ਹੈ ਅੱਜ ਆਪਾਂ ਡਿਸਕਸ ਕਰਾਂਗੇ। ਕੋਰਸਿਸ ਦੇ ਅੰਦਰ ਆਪਾਂ ਜੋ ਮੋਸਟ ਕਾਮਨਲੀ ਆਪਣੇ ਪੰਜਾਬ ਦੇ ਵਿੱਚੋਂ ਯੂਜ਼ ਹੋ ਰਹੇ ਕੋਰਸਿਸ, ਕਿਉਂਕਿ ਆਪਣੇ ਪੰਜਾਬੀਆਂ ਨੇ ਉੱਥੇ ਜਾਣਾ ਹੈ ਜੀ, ਵਰਕ ਵੀ ਕਰਨਾ ਡੈਫੀਨੇਟਲੀ, ਟਾਈਮ ਵੀ ਮੈਨੇਜ ਕਰਨਾ, ਪੜ੍ਹਾਈ ਵੀ ਕਰਨੀ ਹੈ, ਸਕੋਰ ਵੈਲ ਵੀ ਕਰਨਾ ਉਹਨਾਂ ਨੇ ਐਂਡ ਅੱਗੇ ਜੋਬਸ ਲਈ ਵੀ ਅਪਰੋਚ ਕਰਨਾ। ਤਾਂ ਕੋਰਸ ਸਿਲੈਕਸ਼ਨ ਇਜ਼ ਵਨ ਆਫ ਦ ਇੰਪੋਰਟੈਂਟ ਥਿੰਗ। ਤਾਂ ਕੋਰਸ ਜਦੋਂ ਵੀ ਸਿਲੈਕਟ ਕਰਨਾ ਹੈ ਦੋ ਚਾਰ ਚੀਜ਼ਾਂ ਦਾ ਧਿਆਨ ਰੱਖਣਾ ਹੈ ਕਿ ਉਹ ਕੋਰਸ ਤੁਹਾਡੇ ਬਜਟ ਦੇ ਵਿੱਚ ਆ ਰਿਹਾ, ਕਿ ਉਹ ਕੋਰਸ ਤੁਸੀਂ ਈਜ਼ੀਲੀ ਕਰ ਪਾਓਗੇ ਉੱਥੇ ਜਾ ਕੇ ਐਂਡ ਕੋਰਸ ਦੇ ਅੰਦਰ ਜੋ ਵੀ ਸਬਜੈਕਟਸ ਹੈਗੇ ਨੇ ਉਹ ਸਬਜੈਕਟਸ ਤੁਹਾਡੀ ਚੋਇਸ ਦੇ ਹੈ ਜਾਂ ਨਹੀਂ ਹੈ, ਜਾਂ ਉਹ ਸਬਜੈਕਟਸ ਦੇ ਅੰਦਰ ਕੀ ਪੜ੍ਹਾਇਆ ਜਾਏਗਾ ਕਿ ਤੁਸੀਂ ਉੱਥੇ ਜਾ ਕੇ ਕਰ ਪਾਓਗੇ ਜਾਂ ਨਹੀਂ। ਤਾਂ ਅੱਜ ਦਾ ਇਹ ਵੀਡੀਓ ਸਿਰਫ ਇਸੇ ਚੀਜ਼ ਦੇ ਉੱਤੇ ਕੌਨਸਨਟਰੇਟ ਕਰੇਗਾ। ਤਾਂ ਮੈਂ ਤੁਹਾਨੂੰ ਲੈ ਆਇਆ ਕੋਨੈਸਟੋਗਾ ਕਾਲਜ ਦੀ ਵੈਬਸਾਈਟ ਦੇ ਉੱਤੇ। ਸੋ ਕੋਨੈਸਟੋਗਾ ਕਾਲਜ ਵਿੱਚ ਤੁਸੀਂ ਜਾਓਗੇ, ਔਨ ਦ ਵੈਬਸਾਈਟ ਯੂ ਕੈਨ ਬਰਾਊਜ਼ ਥੀਸ ਥਿੰਗਸ, ਦ ਪ੍ਰੋਗਰਾਮਸ ਐਂਡ ਕੋਰਸਿਸ ਜੋ ਆਪਾਂ ਕੋਈ ਵੀ ਉੱਥੇ ਐਨਰੋਲ ਕਰਨਾ ਹੈ। ਸੋ ਦੈਟ ਕੋਰਸ ਆਪਾਂ ਜਿਹਨੂੰ ਆਪਾਂ ਇੰਡੀਆ 'ਚ ਕੋਰਸ ਕਹਿੰਦੇ ਹਾਂ, ਦੇ ਐਕਚੁਅਲੀ ਕਾਲ ਇਟ ਐਜ਼ ਪ੍ਰੋਗਰਾਮ। ਤਾਂ ਪ੍ਰੋਗਰਾਮ ਹੁੰਦਾ, ਪ੍ਰੋਗਰਾਮ ਦੇ ਅੰਦਰ ਕੋਰਸਿਸ ਹੁੰਦਾ। ਜਿਵੇਂ ਆਪਾਂ ਕਹਿੰਦੇ ਹਾਂ ਆਪਣੇ ਇੰਡੀਆ 'ਚ ਇੱਕ ਡਿਗਰੀ ਹੈ, ਫੋਰ ਐਗਜ਼ਾਮਪਲ ਇੱਕ MCA ਡਿਗਰੀ ਹੈ, ਉਹਦੇ ਅੰਦਰ ਸਬਜੈਕਟਸ ਹੁੰਦੇ ਆ ਅਤੇ ਇੱਥੇ ਪ੍ਰੋਗਰਾਮਸ ਹੁੰਦੇ ਆ। ਲਾਈਕ ਇਫ ਮੈਂ ਐਗਜ਼ਾਮਪਲ ਲਵਾਂ ਕੋਈ ABC ਪ੍ਰੋਗਰਾਮ ਹੈ ਐਂਡ ਦੈਟ ਪ੍ਰੋਗਰਾਮ ਇਜ਼ ਹੈਵਿੰਗ ਕੋਰਸਿਸ, ਜਿਹੜੇ ਸਬਜੈਕਟਸ ਹੁੰਦੇ ਆ ਉਹਨਾਂ ਨੂੰ ਕੋਰਸਿਸ ਕਿਹਾ ਜਾਂਦਾ। ਸੋ ਵੀ ਹੈਵ ਫੁੱਲ ਟਾਈਮ। ਤਾਂ ਨੈਚੁਰਲ ਜੀ ਗੱਲ ਹੈ, ਜੋ ਵੀ ਆਪਣੇ ਸਟੂਡੈਂਟਸ ਇੱਥੋਂ ਇਮੀਗ੍ਰੇਟ ਹੋ ਕੇ ਜਾ ਰਹੇ ਨੇ ਕੈਨੇਡਾ, ਦੇ ਸ਼ੁੱਡ ਆਪਟ ਫੋਰ ਫੁੱਲ ਟਾਈਮ ਕੋਰਸਿਸ। ਇਹਨਾਂ ਦੀ ਬਹੁਤ ਅੱਛੀ ਵੇਟੇਜ ਹੈ, ਤੁਹਾਡਾ ਫਿਊਚਰ ਬਹੁਤ ਬਰਾਈਟ ਹੈ। ਤੁਸੀਂ ਕਿਤੇ ਵੀ ਜਾ ਕੇ ਅਪਲਾਈ ਕਰੋਗੇ ਤਾਂ ਤੁਹਾਨੂੰ ਅੱਛੀਆਂ ਜੋਬਸ ਮਿਲਣਗੀਆਂ। ਸੋ ਹੋਰ ਇਹਦੇ ਵਿੱਚ ਕੀ ਐਡਮਿਸ਼ਨਸ ਬਾਰੇ ਕੁਝ ਲਿਖਿਆ ਹੋਏਗਾ, ਹਾਊ ਟੂ ਪੇ ਯੋਰ ਫੀਸ, ਕਿਹਨੂੰ ਕੰਟੈਕਟ ਕਰਨਾ ਹੈ, ਕਿਵੇਂ ਕਰਨਾ ਹੈ, ਕੈਂਪਸ ਐਂਡ ਲਾਈਫ ਸਟਾਈਲ ਉੱਥੇ ਦਾ ਥੋੜ੍ਹਾ ਜਿਹਾ ਆਈਡੀਆ ਹੋ ਸਕਦਾ ਕਿ ਕੀ ਉੱਥੇ ਤੁਹਾਨੂੰ ਫੈਸਿਲਿਟੀਜ਼ ਮਿਲਣਗੀਆਂ, ਬੁੱਕ ਸਟੋਰ ਕੀ ਹੈ, ਮੈਡੀਕਲ ਕਲੀਨਿਕ ਕੀ ਹੈ, IT ਡੈਸਕ ਸਰਵਿਸਿਜ਼ ਕਿੱਦਾਂ ਦੀਆਂ, ਵਨ ਕਾਰਡ ਕੀ ਚੀਜ਼ ਹੈ, ਇੱਕ ਕਾਰਡ ਹੁੰਦਾ ਉਹਦੇ 'ਤੇ ਸਾਰੀਆਂ ਫੈਸਿਲਿਟੀਜ਼ ਮਿਲਦੀਆਂ। ਐਂਡ ਦੈਨ ਵੀ ਹੈਵ ਅਬਾਊਟ ਕੋਨੈਸਟੋਗਾ, ਇਹਦੇ ਵਿੱਚ ਤੁਸੀਂ ਹੋਰ ਕੁਝ ਇਨਫੋਰਮੇਸ਼ਨ ਦੇਖ ਸਕਦੇ ਹੋ ਨਾ। ਤਾਂ ਜਨਰਲੀ ਲਾਈਕ ਕੈਂਪਸਿਸ, ਤਾਂ ਦੇਖੋ ਇਹਨਾਂ ਦੇ ਕਿੰਨੇ ਸਾਰੇ ਕੈਂਪਸਿਸ हैं। ਬ੍ਰੈਂਟਫੋਰਡ ਦੇ ਵਿੱਚ ਵੀ ਹੈ, ਕੈਂਬਰਿਜ ਤੇ ਜੋ 2 ਕੈਂਪਸ ਹੈ। ਦੈਨ ਵੀ ਹੈਵ ਅਗੇਨ ਇਨ ਕਿਚਨਰ, ਕਿਚਨਰ ਦੇ ਵਿੱਚ ਜੋ ਮੇਰੇ ਰੀਸੈਂਟ ਸਟੂਡੈਂਟਸ ਆ ਉਹ ਕਿਚਨਰ ਦੇ ਵਿੱਚੋਂ ਬਿਲੋਂਗ ਕਰਦੇ ਐਂਡ ਸੋ ਔਨ। ਤਾਂ ਹੁਣ ਆਪਾਂ ਮੂਵ ਕਰਦੇ ਹਾਂ ਫੋਰਵਰਡ ਟੂਵਰਡਸ ਦ ਫੁੱਲ ਟਾਈਮ ਪ੍ਰੋਗਰਾਮਸ। ਤਾਂ ਜਿਵੇਂ ਆਪਾਂ ਕੀਤਾ ਇਸ ਵੀਡੀਓ ਦੇ ਅੰਦਰ ਮੈਂ ਦੱਸਣਾ ਤੁਹਾਨੂੰ ਕਿ ਜੇ ਤੁਸੀਂ ਕੋਰਸਿਸ ਆਪਟ ਕਰਨੇ ਆ ਤਾਂ ਤੁਹਾਡੇ ਕੋਲ ਕਿੱਦਾਂ ਦੀਆਂ ਆਪਸ਼ਨਸ ਇਹ ਪ੍ਰੋਵਾਈਡ ਕਰ ਰਹੇ। ਬਹੁਤ ਹੀ ਸੋਹਣਾ ਇਹਨਾਂ ਦਾ ਪੜ੍ਹਾਉਣ ਦਾ ਤਰੀਕਾ, ਐਵਰੀਥਿੰਗ ਇਜ਼ ਓਰੀਐਂਟਡ। ਤੁਹਾਨੂੰ ਵੀਡੀਓ ਲੈਕਚਰਸ ਦਿੱਤੇ ਜਾਂਦੇ ਆ, ਤੁਹਾਨੂੰ ਸਟੱਡੀ ਮਟੀਰੀਅਲ ਦਿੱਤਾ ਜਾਂਦਾ ਹੈ ਔਰ ਸਿਸਟਮੈਟਿਕਲੀ ਅਸਾਈਨਮੈਂਟਸ ਹੁੰਦੀਆਂ ਨੇ, ਕੁਇਜ਼ ਹੁੰਦੇ ਹੈ, ਯੂ ਹੈਵ ਸਮ ਡੈਡਲਾਈਨਸ, ਜੋ ਵੀ ਉਹਦੇ ਵਿੱਚ ਕੋਈ ਵੀ ਟਾਸਕ ਪ੍ਰੋਵਾਈਡ ਕੀਤਾ ਜਾ ਸਕਦਾ, ਇਨ ਕਲਾਸ ਟਾਸਕ ਹੁੰਦੇ ਨੇ ਐਂਡ ਇਹ ਚੀਜ਼ਾਂ ਨੂੰ ਤੁਸੀਂ ਕਰਕੇ ਟਾਈਮਲੀ ਸਬਮਿਟ ਕਰਨਾ। ਤੁਹਾਡਾ ਵਰਕ ਚੈੱਕ ਹੋਏਗਾ, ਤੁਹਾਨੂੰ ਮਾਰਕਸ, ਕ੍ਰੈਡਿਟਸ, ਗ੍ਰੇਡਸ ਐਲੋਕੇਟ ਕੀਤੇ ਜਾਣਗੇ ਐਂਡ ਯੂ ਮੂਵ ਫਰਦਰ। ਤਾਂ ਓਕੇ ਨਾਓ ਵਿਲ ਚੈੱਕ ਦ ਫੁੱਲ ਟਾਈਮ ਪ੍ਰੋਗਰਾਮਸ। ਇੱਥੇ ਆਪਣੇ ਕੋਲ ਬਹੁਤ ਸਾਰੇ ਪ੍ਰੋਗਰਾਮਸ ਨੇ। ਇਹ ਯੂਨੀਵਰਸਿਟੀ ਜੋ ਵੀ ਹੈ ਜਾਂ ਇਹ ਜੋ ਕਾਲਜ ਹੈ, ਇਹਨਾਂ ਚੀਜ਼ਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਦੇ ਆਰ ਸ਼ੋਇੰਗ ਦੈਟ ਟੋਟਲ 257 ਤਰ੍ਹਾਂ ਦੇ ਕੋਰਸਿਸ ਹੈਗੇ ਇਹਨਾਂ ਕੋਲ। ਸੋ ਵੀ ਕਾਲ ਦੈਟ ਅਗੇਨ ਪ੍ਰੋਗਰਾਮਸ। ਤਾਂ ਮੈਂ ਹੁਣ ਟਰਮੀਨੋਲੋਜੀ ਉਹੀ ਯੂਜ਼ ਕਰੂੰਗਾ। ਸੋ ਵੀ ਆਰ ਹੈਵਿੰਗ 257 ਪ੍ਰੋਗਰਾਮਸ ਐਂਡ ਥੀਜ਼ ਆਰ ਦ ਡਿਫਰੈਂਟ ਪ੍ਰੋਗਰਾਮਸ, ਹੈ ਨਾ। ਜਿਵੇਂ ਮੰਨ ਲਓ ਕੋਈ ਸਟੂਡੈਂਟ ਉਹਦੀ ਐਨੀਮੇਸ਼ਨ 'ਚ ਉਹਨੂੰ ਇੰਟਰਸਟ ਹੈ, ਸੋ ਹੀ ਔਰ ਸ਼ੀ ਕੈਨ ਆਪਟ ਫॉर ਐਨੀਮੇਸ਼ਨ ਕੋਰਸਿਸ। ਕੁਛ ਹੋਰ ਐਗਜ਼ਾਮਪਲ ਹੈ, ਕੁਛ ਇੱਦਾਂ ਦੇ ਲੈਣਾ ਚਾਹੁੰਦੇ ਆ ਆਰਟ ਓਰੀਐਂਟਡ, ਵੀ ਹੈਵ ਲਾਈਕ ਬੇਕਿੰਗ ਐਂਡ ਪੇਸਟਰੀ ਆਰਟਸ।
ਤਾਂ ਕਿਸੇ ਸਟੂਡੈਂਟ ਨੂੰ ਲੱਗ ਰਿਹਾ ਕਿ ਮੈਨੂੰ ਬੇਕਿੰਗ ਪੇਸਟਰੀ ਦੇ ਵਿੱਚ ਜਾਣਾ ਚਾਹੀਦਾ, ਕੇਕਸ ਬਣਾਉਣੇ, ਇੱਦਾਂ ਦਾ ਕਰਨਾ, ਸੋ ਡੈਫੀਨੇਟਲੀ ਵੀ ਹੈਵ ਅ ਕੋਰਸ। ਇੱਥੇ ਕੋਰਸ 'ਚ ਐਨਰੋਲ ਕਰੋ, ਕੋਰਸ ਨੂੰ ਸਿੱਖੋ, ਕਲੀਅਰ ਕਰੋ। ਜਦੋਂ ਤੁਹਾਡੇ ਕੋਲ ਹੋ ਗਿਆ, ਯੂ ਵਿਲ ਡੈਫੀਨੇਟਲੀ ਗੈਟ ਸਮ ਵਰਕ ਇਨ ਕੈਨੇਡਾ। ਚੰਗੀਆਂ ਆਰਗੇਨਾਈਜੇਸ਼ਨਸ ਵੀ ਹੈ, ਤੁਸੀਂ ਉਹਨੂੰ ਟਾਰਗੇਟ ਕਰ ਸਕਦੇ ਹੋ। ਜਿਵੇਂ ਆਪਾਂ ਗੱਲ ਕਰਦੇ ਹਾਂ ਕਿ ਕੰਪਿਊਟਰ ਸਾਇੰਸ ਬੈਕਗਰਾਊਂਡ ਹੈ, ਸੋ ਯੂ ਕੈਨ ਗੋ ਫॉर ਲਾਈਕ ਬਿਗ ਡਾਟਾ ਸੋਲਿਊਸ਼ਨ ਆਰਕੀਟੈਕਟ। ਅਗਰ ਤੁਹਾਡੇ ਕੋਲ ਇਹ ਕੋਰਸ ਤੁਹਾਨੂੰ ਲੱਗ ਰਿਹਾ ਕਿ ਤੁਸੀਂ ਕਰ ਪਾਓਗੇ ਈਜ਼ੀਲੀ, ਦੈਨ ਈਜ਼ੀਲੀ ਯੂ ਕੈਨ ਗੋ ਫॉर दैट, ਹੈ ਨਾ। ਤਾਂ ਵੀਡੀਓ ਦੇ ਵਿੱਚ ਤੁਹਾਨੂੰ ਇਹ ਵੀ ਦੱਸਿਆ ਜਾਏਗਾ ਕਿ ਕਿੱਦਾਂ ਦੇ ਕੋਰਸਿਸ ਦੇ ਅੰਦਰ ਕੀ ਕੀ ਚੀਜ਼ਾਂ ਪੜ੍ਹਾਈਆਂ ਜਾਂਦੀਆਂ, ਤਾਂ ਕਿ ਇੱਦਾਂ ਨਾ ਹੋਵੇ ਕਿ ਤੁਸੀਂ ਇੱਥੋਂ ਕੋਰਸ ਆਪਟ ਕਰ ਲਓ, ਤੁਹਾਨੂੰ ਜਿਹੜਾ ਤੁਹਾਡਾ ਕੰਸਲਟੈਂਟ ਉਹ ਕਹਿ ਦੇ ਆਹ ਕੋਰਸ ਲੈ ਲਓ, ਈਜ਼ੀ ਹੈ, ਉੱਥੇ ਜਾ ਕੇ ਤੁਹਾਨੂੰ ਪਤਾ ਲੱਗੇ ਕਿ ਇਹ ਤਾਂ ਤੁਹਾਡੇ ਜੋ ਸਟੱਡੀ ਹੈ ਉਹਦੇ ਨਾਲ ਸਟਰੀਮਲਾਈਨਡ ਹੀ ਨਹੀਂ ਹੈਗਾ, ਤੁਹਾਨੂੰ ਪਤਾ ਹੀ ਨਹੀਂ ਕਿ ਉਹ ਕੁਛ ਚੀਜ਼ਾਂ ਇਹੋ ਜਿਹੀਆਂ ਆ ਗਈਆਂ ਉਹਦੇ 'ਚ ਤੁਸੀਂ ਕਹਿੰਦੇ ਹੋ ਕਿ ਇਹ ਤਾਂ ਜੀ ਮੈਂ ਕਰ ਵੀ ਨਹੀਂ ਸਕਦਾ, ਤਾਂ ਨਾਲ ਹੀ ਮੈਨੂੰ ਸਮਝ ਨਹੀਂ ਆ ਰਿਹਾ। ਤਾਂ ਕੰਪਿਊਟਰ ਸਾਇੰਸ ਬੈਕਗਰਾਊਂਡ ਵਾਲੇ ਸਟੂਡੈਂਟਸ ਦੇ ਕੈਨ ਈਜ਼ੀਲੀ ਗੋ ਫॉर ਬਿਜ਼ਨਸ ਕੋਰਸਿਸ ਆਲਸੋ। ਜਨਰਲੀ ਆਪਣੇ MBA BBA ਵਾਲੇ ਸਟੂਡੈਂਟਸ ਇਹ ਬਿਜ਼ਨਸ ਕੋਰਸਿਸ 'ਚ ਜਾਂਦੇ ਹੈ, ਤਾਂ ਇਹ ਕੋਰਸਿਸ ਨੂੰ ਤੁਸੀਂ ਆਪਟ ਕਰ ਸਕਦੇ ਹੋ ਬੜੇ ਈਜ਼ੀਲੀ। ਇਹਨਾਂ ਦੀ ਫੀਸ ਵੀ ਕੋਈ ਜ਼ਿਆਦਾ ਨਹੀਂ ਹੁੰਦੀ, ਅਰਾਊਂਡ 10 ਤੋਂ ਲੈ ਕੇ 15 ਲੱਖ ਦੇ ਵਿੱਚ ਇਹਨਾਂ ਦੀ ਸਾਰਿਆਂ ਦੀ ਫੀਸ ਹੈ ਫੁੱਲ ਕੋਰਸ ਦੀ। ਤੁਸੀਂ ਕੁਛ ਲੇਟੈਸਟ ਚੀਜ਼ਾਂ ਸਿਲੈਕਟ ਕਰ ਸਕਦੇ ਹੋ। ਕੰਪਿਊਟਰ ਸਾਇੰਸ ਦੇ ਰਿਲੇਟਿਡ ਤੁਹਾਡੇ ਕੋਲ ਕੁਛ ਕੋਰਸਿਸ ਹੈ, ਜਿਵੇਂ ਕਿ ਕੰਪਿਊਟਰ ਇੰਜੀਨੀਅਰਿੰਗ ਟੈਕਨੋਲੋਜੀ, ਪ੍ਰੋਗਰਾਮਿੰਗ ਐਂਡ ਐਨਾਲਿਸਿਸ, ਹੈ ਨਾ, ਕੰਪਿਊਟਰ ਏਡਡ ਡਰਾਫਟਿੰਗ, ਡਿਜ਼ਾਈਨਿੰਗ। ਜੇ ਤੁਹਾਡੇ ਕੋਲ ਇੱਦਾਂ ਦੇ ਟੈਕਨੀਕਸ ਹੈ, ਤੁਹਾਡੇ ਕੋਲ ਸਕਿੱਲਸ ਹੈਗੀਆਂ, ਤੁਸੀਂ ਇਹਨਾਂ ਨੂੰ ਈਜ਼ੀਲੀ ਕਰ ਸਕਦੇ ਹੋ। ਵੀ ਹੈਵ ਸਮ ਫਰਦਰ ਮੋਰ ਕੋਰਸਿਸ। ਆਪਾਂ ਕਿਸੇ ਕੋਰਸ ਦੀ ਐਗਜ਼ਾਮਪਲ ਲੈ ਲੈਂਦੇ ਹਾਂ, ਤਾਂ ਹੇਅਰ ਜਿਵੇਂ ਕਿ ਆਪਣੇ ਕੋਲ ਹੁਣ ਆਪਣੇ ਕੋਲ ਇੱਕ ਕੋਰਸ ਦੀ ਐਗਜ਼ਾਮਪਲ ਹੈ, ਦੈਟ ਇਜ਼ ਐਂਟਰਪ੍ਰਾਈਜ਼ ਕੰਟੈਂਟ ਮੈਨੇਜਮੈਂਟ। ਤਾਂ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ 2 ਮੈਂਸ਼ਨ ਕੀਤੇ ਹੋਏ ਹੈ, ਦੈਟ ਇਜ਼ 2020 ਤੋਂ ਲੈ ਕੇ 2021 ਤੱਕ ਐਂਡ 2021 ਤੋਂ ਲੈ ਕੇ 2022 ਤੱਕ, ਹੈ ਨਾ। ਤਾਂ ਮਤਲਬ ਤੁਸੀਂ ਈਜ਼ੀਲੀ ਦੇਖ ਸਕਦੇ ਹੋ ਇਹ ਇੱਕ ਗੋਲਡਨ ਚਾਂਸ ਹੈ ਸਟੂਡੈਂਟਸ ਲਈ ਇੱਦਾਂ ਦੇ ਕੋਰਸਿਸ 'ਚ ਐਨਰੋਲ ਕਰਨ ਲਈ, ਕਿਉਂਕਿ ਪਹਿਲਾਂ ਇਹ ਯੂਨੀਵਰਸਿਟੀਜ਼ ਜਾਂ ਕਾਲਜਿਸ ਹੈ ਨਵੇਂ ਕੋਰਸ ਨੂੰ ਇੰਟਰੋਡਿਊਸ ਕਰਦੇ ਹੈ, ਤਾਂ ਉਹਨਾਂ ਦੇ ਵਿੱਚ ਕੋਰਸਿਸ ਘੱਟ ਹੁੰਦੇ, ਯਾਨੀ ਕਿ ਸਬਜੈਕਟਸ ਘੱਟ ਹੁੰਦੇ। ਤਾਂ ਮੈਂ ਤੁਹਾਨੂੰ ਐਗਜ਼ਾਮਪਲ ਦਿਖਾ ਦਿੰਦਾ। ਇਹ ਦੇਖੋ, ਇਹ ਜੋ ਪਹਿਲਾ ਕੋਰਸ ਜੋ ਪ੍ਰੋਗਰਾਮ ਸੀ, ਤਾਂ ਉਹਦੇ ਅੰਦਰ ਕੋਰਸਿਸ ਤੁਸੀਂ ਚੈੱਕ ਕਰ ਲਓ। ਲਾਈਕ ਟੋਟਲ ਇਹ 2 ਸਾਲ ਦੇ ਵਿੱਚ ਕਵਰ ਕਰਨ ਲਈ ਹੁੰਦਾ ਜੀ। ਵੀ ਹੈਵ 1 2 3 4 5 6 7 8 9 10 11 12 13, ਤਾਂ 13 ਕੋਰਸਿਸ ਹੈਗੇ, ਯਾਨੀ ਕਿ 13 ਸਬਜੈਕਟ ਹੈ, ਜਿਨ੍ਹਾਂ ਦੇ ਵਿੱਚੋਂ ਪਹਿਲਾ ਸਬਜੈਕਟ ਹੈ ਜਿਵੇਂ ਕਿ ਦਿਸ ਇਜ਼ ਕੋਨਸਟੈਗੋ 101। ਤਾਂ ਇਹ ਇੰਟਰੋਡਕਟਰੀ ਹੈ, ਇਹਦਾ ਕੋਈ ਕ੍ਰੈਡਿਟਸ ਨਹੀਂ ਹੈ, ਸਿਰਫ 1 ਘੰਟੇ ਦਾ ਹੀ ਹੈ। ਸੋ ਯੂ ਹੈਵ ਬੀਨ ਗਿਵਨ ਸਮ ਆਫ ਦ ਇੰਸਟਰਕਸ਼ਨਸ ਕਿ ਸਾਡਾ ਲਰਨਿੰਗ ਐਨਵਾਇਰਨਮੈਂਟ ਕਿੱਦਾਂ ਦਾ, ਅਸੀਂ ਐਕਟੀਵਿਟੀਜ਼ ਕਿੱਦਾਂ ਕਰਦੇ ਹਾਂ, ਤੁਹਾਡੇ ਕੋਲ ਕੀ ਅਪੋਰਚੁਨਿਟੀਜ਼ ਹੈ। ਤਾਂ ਸਿਰਫ ਇੰਟਰੋਡਕਸ਼ਨ ਹੁੰਦੀ ਹੈ ਕੋਨਸਟੈਗੋ ਕਾਲਜ ਬਾਰੇ। ਇਹਨੂੰ ਛੱਡ ਕੇ ਵੀ ਹੈਵ ਲਾਈਕ 12 ਕੋਰਸਿਸ। ਤਾਂ ਅਗਰ ਤੁਸੀਂ ਐਗਜ਼ਾਮਪਲ ਦੇਖ ਸਕਦੇ ਹੋ ਦੂਸਰੇ ਨੈਕਸਟ ਅਪਕਮਿੰਗ ਸੈਸ਼ਨ ਦੀ, ਤਾਂ ਉਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਹੀ ਸੇਮ ਕੋਰਸ ਦੇ ਵਿੱਚ ਉਹਨਾਂ ਨੇ ਨੰਬਰ ਆਫ ਸਬਜੈਕਟਸ ਯਾਨੀ ਕਿ ਨੰਬਰ ਆਫ ਕੋਰਸਿਸ ਇਨਕਰੀਜ਼ ਕਰਤੇ। ਇਹ ਵੀ 2 ਸਾਲ ਦਾ ਹੀ ਹੈ, ਬਟ ਯੂ ਕੈਨ ਸੀ ਨਾਓ। ਦੇਖ ਲਓ, ਕੰਪੈਰੀਜ਼ਨ ਤੁਸੀਂ ਕਰ ਲਓ, ਪਹਿਲਾਂ ਵਾਲੇ ਦੇ ਵਿੱਚ ਤੁਹਾਡੇ ਕੋਲ 13 ਕੋਰਸਿਸ ਸੀਗੇ, ਅਤੇ ਹੁਣ ਦੇਖੋ ਕਿੰਨੇ ਆ। ਵੀ 1 2 3 4 5 6 7 8 9 10 11 12 13 14 15 16 17 18 19 20 21। ਤਾਂ ਟੋਟਲ 21 ਕੋਰਸਿਸ ਹੋ ਗਏ ਹੈ ਜੀ ਤੁਹਾਡੇ ਕੋਲ। ਪਹਿਲਾਂ ਵਾਲੇ 'ਚ 13 ਸੀਗੇ। ਤਾਂ ਹੁਣ ਤੁਸੀਂ ਦੇਖ ਸਕਦੇ ਹੋ ਕਿ ਜੋ ਸਟੂਡੈਂਟ ਲੇਟ ਐਨਰੋਲ ਕਰ ਰਹੇ ਹੈ, ਯਾਨੀ ਕਿ ਇੱਥੋਂ ਤੁਸੀਂ ਇੱਕ ਇਹਨਾਂ ਦੀ ਡੇਟ ਚੈੱਕ ਕਰ ਸਕਦੇ ਹੋ। ਦ ਸਟੂਡੈਂਟਸ ਦੋਜ਼ ਵਾਂਟ ਟੂ ਐਨਰੋਲ ਆਫਟਰ ਸੈਪਟੈਂਬਰ 2021, ਤਾਂ ਉਹਨਾਂ ਨੂੰ ਕੋਰਸ ਦੇ ਵਿੱਚ ਸੇਮ 2 ਸਾਲ ਦਾ ਕੋਰਸ ਹੈ, ਯਾਨੀ ਕਿ ਤੁਹਾਡਾ ਪ੍ਰੋਗਰਾਮ ਹੈ। ਇਸ ਪ੍ਰੋਗਰਾਮ ਦੇ ਅੰਦਰ ਜ਼ਿਆਦਾ ਕੋਰਸਿਸ ਪੜ੍ਹਨੇ ਪੈਣਗੇ, ਤਾਂ ਤੁਹਾਨੂੰ ਇਹ ਸਰਟੀਫਿਕੇਟ, ਗ੍ਰੈਜੂਏਟ ਸਰਟੀਫਿਕੇਟ ਐਲੋਕੇਟ ਹੋਏਗਾ। ਐਂਡ ਜੇ ਸਟੂਡੈਂਟਸ ਅਰਲੀ ਬਰਡ ਨੇ ਹੁਣੇ ਟਾਈਮ ਸਿਰ ਡਿਸੀਜਨ ਲੈ ਲਿਆ, ਦੇ ਵਿਲ ਡੈਫੀਨੇਟਲੀ ਗੋ ਫॉर ਦ ਸੇਮ, ਹੈ ਨਾ। ਤੁਸੀਂ ਇੱਥੇ ਦੇਖ ਸਕਦੇ ਹੋ ਉਹੀ ਆਪਣੇ ਕੋਲ ਹੈ ਪ੍ਰੋਗਰਾਮ ਨੇਮ ਇਜ਼ ਸੇਮ, ਉਹਦੀ ਵੈਲਿਊ ਵੀ ਉਨੀ ਹੋਈ ਹੈ, ਡਿਊਰੇਸ਼ਨ ਵੀ ਸੇਮ ਹੈ, ਵੇਟੇਜ ਵੀ ਸੇਮ ਹੈ। ਪਰ ਦੇਖੋ ਜਨਵਰੀ 2021 ਤੱਕ ਜਿਹੜੇ ਉਹ ਸਟੂਡੈਂਟ ਜਾ ਰਹੇ ਹੈ, ਸੋ ਦੇ ਵਿਲ ਹੈਵ ਟੂ ਡੂ ਲੈਸ ਨੰਬਰ ਆਫ ਸਬਜੈਕਟਸ। ਤਾਂ ਇਹ ਜਨਰਲੀ ਇਸ ਸਬਜੈਕਟ ਦੇ ਵਿੱਚ ਹੁੰਦਾ ਕੀ, ਐਂਟਰਪ੍ਰਾਈਜ਼ ਕੰਟੈਂਟ ਮੈਨੇਜਮੈਂਟ ਦਾ ਮਤਲਬ ਹੈ ਕਿ ਕੁਛ ਐਂਟਰਪ੍ਰਾਈਜ਼ਸ ਹੈ ਆਪਣੇ ਕੋਲ, ਕੁਛ ਕੰਪਨੀਜ਼ ਹੈ, ਉਹ ਹਰੇਕ ਕੰਪਨੀਆਂ ਦੇ ਅੰਦਰ ਕੁਛ ਕੰਟੈਂਟ ਹੁੰਦਾ ਹੈ ਨਾ। ਉਹਨਾਂ ਦਾ ਬਿਜ਼ਨਸ ਕੰਟੈਂਟ, ਕਸਟਮਰ ਡੇਟਾ, ਹਾਊ ਦੇ ਆਰ ਕਮਿਊਨੀਕੇਟਿੰਗ ਵਿਦ ਈਚ ਅਦਰ, ਹਾਊ ਦੇ ਆਰ ਸ਼ੇਅਰਿੰਗ ਫਾਈਲਸ, ਹਾਊ ਦੇ ਆਰ ਵਰਕਿੰਗ ਔਨ ਦ ਪ੍ਰੋਜੈਕਟਸ, ਇੱਦਾਂ ਦੀਆਂ ਚੀਜ਼ਾਂ ਹੁੰਦੀਆਂ। ਅਤੇ IT ਟੂਲਸ ਨੂੰ ਯੂਜ਼ ਕਰਦੇ ਹੋਏ ਉਹ ਇੱਦਾਂ ਦੀਆਂ ਚੀਜ਼ਾਂ ਨੂੰ ਕਿਵੇਂ ਸਾਕਾਰ ਕਰਦੇ ਨੇ, ਹੈ ਨਾ। ਤਾਂ ਅਗਰ ਸਟੂਡੈਂਟ ਕਿਸੇ ਕੰਪਨੀ ਦੇ ਅੰਦਰ ਜਾਣਾ ਚਾਹੁੰਦਾ ਹੈ,
ਤਾਂ ਉਹਨੂੰ ਕੰਪਨੀ ਦੇ ਅੰਦਰ ਦਾ ਸਟਰਕਚਰ ਪਤਾ ਹੋਣਾ ਚਾਹੀਦਾ, ਲਾਈਕ ਸਟਰਕਚਰ ਕੀ ਹੈ, ਉਹਦੇ ਵਿੱਚ ਕਿੱਦਾਂ ਕੰਮ ਹੋ ਰਿਹਾ, ਕਿੱਦਾਂ ਕਮਿਊਨੀਕੇਟ ਕਰਦੇ ਆ। ਤਾਂ ਕੁਛ ਇੱਕ ਬੇਸਿਕ ਜਿਹਾ ਸਟਰਕਚਰ, ਸਟਰੀਮਲਾਈਨਡ ਐਨਵਾਇਰਨਮੈਂਟ ਹੁੰਦਾ ਜੋ ਕਿ ਕੈਨੇਡਾ ਦੇ ਵਿੱਚ ਹਰੇਕ ਕੰਪਨੀ ਯੂਜ਼ ਕਰਦੀ ਹੈ, ਤਾਂ ਉਸ 'ਤੇ ਬੇਸਡ ਇਹ ਕੋਰਸ ਹੈਗਾ। ਤਾਂ ਯੂ ਕੈਨ ਸੀ ਦੈਟ ਕੈਂਪਸ ਅਵੇਲੇਬਲ ਇਜ਼ ਕਿਚਨਰ ਡੂਨ। ਐਂਡ ਇਹਦੇ ਬਾਰੇ ਜਿਹੜੀ ਮੇਨ ਚੀਜ਼ ਆ ਪੰਜਾਬੀਆਂ ਦੇ ਲਈ ਸਭ ਤੋਂ ਇੰਪੋਰਟੈਂਟ, ਕਿ ਆਪਾਂ ਨੂੰ ਪਹਿਲਾਂ ਫੀਸ ਦਾ ਪਤਾ ਹੋਣਾ ਚਾਹੀਦਾ। ਸੋ ਯੂ ਕੈਨ ਸੀ ਦੈਟ ਇਹਦੇ ਵਿੱਚ ਆਪਣੇ ਕੋਲ 2 ਟਰਮਸ ਹੈਗੀਆਂ ਜੀ, ਐਂਡ ਇਹਨਾਂ ਦੇ ਵਿੱਚ ਜੋ ਫੀਸ ਹੈ ਟਿਊਸ਼ਨ ਫੀਸ ਔਰ ਐਂਸਿਲਰੀ ਫੀਸ ਦੇ ਅੰਦਰ ਇਹਨਾਂ ਨੇ ਡਿਵਾਈਡ ਕੀਤਾ। ਕੈਨੇਡੀਅਨ ਤਾਂ ਤੁਸੀਂ ਨਹੀਂ ਹੋ, ਯੂ ਆਰ ਇੰਟਰਨੈਸ਼ਨਲ ਸਟੂਡੈਂਟ, ਤਾਂ ਤੁਸੀਂ ਟੋਟਲ $15,457 ਪੇ ਕਰਨੇ ਹੈ। ਤੁਸੀਂ ਇੱਕ ਰਫ ਐਸਟੀਮੇਸ਼ਨ ਲੈ ਸਕਦੇ ਹੋ ਜੀ 70 ਦੇ ਨਾਲ ਮਲਟੀਪਲਾਈ ਕਰਕੇ ਤੁਸੀਂ ਕਿ ਕਿੰਨਾ ਕੁ ਆਪਾਂ ਨੂੰ ਖਰਚਾ ਪੈ ਰਿਹਾ। ਸੋ ਦਿਸ ਬਿਕਮਸ ਰਫਲੀ 10,82,000 ਰੁਪਏ ਬਣ ਜਾਏਗਾ, ਇਹ ਤੁਹਾਡੀ ਫੀਸ ਹੋਏਗੀ ਜੀ ਟੋਟਲ ਕੋਰਸ ਦੀ। ਔਰ ਇਸ ਤੋਂ ਬਾਅਦ ਇਹਨਾਂ ਨੇ ਤੁਹਾਨੂੰ ਦੱਸਿਆ ਹੋਇਆ ਜੀ ਕਲਾਸਿਸ ਕਦੋਂ ਲੱਗਦੀਆਂ ਹੈ ਨਾ। ਇਹਨਾਂ ਕੋਲੇ 3 ਸੈਸ਼ਨ ਨੇ, ਫਾਲ, ਵਿੰਟਰ ਐਂਡ ਸਪਰਿੰਗ, ਤਾਂ ਇਹਨਾਂ ਦੇ ਵਿੱਚ ਇਹ ਕਲਾਸਿਸ ਲਗਾਉਣਗੇ। ਤੁਹਾਡਾ ਸਟਾਰਟ ਹੋਏਗਾ ਵਿੰਟਰ ਦੇ ਵਿੱਚੋਂ ਪਹਿਲਾ ਸਮੈਸਟਰ, ਯਾਨੀ ਕਿ ਪਹਿਲਾ ਲੈਵਲ 1 ਵਿਲ ਬੀ in winter, then level 2 will be in spring, level 3 will be in fall, and level 4 ਜਿਹੜਾ ਕਿ ਲਾਸਟ ਲੈਵਲ ਹੈ ਇਸ ਕੋਰਸ ਦਾ, that will be again in winters। ਈਜ਼ੀ ਕੋਰਸ ਹੈ, ਪੜ੍ਹਨ ਦਾ ਤਰੀਕਾ ਆਸਾਨ ਹੈ ਜੇ ਸਟੂਡੈਂਟ ਦੀ ਬੈਕਗਰਾਊਂਡ ਅੱਛੀ ਹੈ, ਥੋੜ੍ਹੀ ਬਹੁਤ ਕੰਪਿਊਟਰ ਇੰਜੀਨੀਅਰਿੰਗ, BCA, MCA, BTech ਹੈ, MTech ਹੈ, MSc IT, PGDCA ਇੱਦਾਂ ਦਾ ਕੁਛ ਹੈ ਤੁਹਾਡੇ ਕੋਲ ਇੰਡੀਆ ਦੇ ਵਿੱਚ ਐਗਜ਼ਿਸਟਿੰਗ ਕੋਰਸ, ਤੁਹਾਡੇ ਲਈ ਬਹੁਤ ਹੀ ਈਜ਼ੀ ਅਪਰੋਚ ਹੈ, ਇਹਨੂੰ ਕਰ ਸਕਦੇ ਹੋ ਕੋਰਸ। ਸਟੂਡੈਂਟਸ ਬੜੇ ਆਸਾਨ ਤਰੀਕੇ ਨਾਲ ਕਰ ਲੈਂਦੇ ਆ। ਓਕੇ, ਨਾਓ ਵਿਲ ਗੋ ਫॉर द ਐਡਮਿਸ਼ਨ ਰਿਕੁਆਇਰਮੈਂਟਸ। ਤਾਂ ਐਡਮਿਸ਼ਨ ਲਈ ਕੀ ਚਾਹੀਦਾ ਜੀ ਇਹਨਾਂ ਨੇ ਦੱਸਤਾ 2 or 3 ਈਅਰ ਡਿਪਲੋਮਾ ਔਰ ਡਿਗਰੀ, ਤਾਂ ਕਿਸੇ ਵੀ ਅਕ੍ਰੈਡਿਟਡ ਕਾਲਜ ਤੋਂ, ਯਾਨੀ ਕਿ ਮਤਲਬ ਕੋਈ ਨਕਲੀ ਕਾਲਜ ਨਾ ਹੋਵੇ, ਕੋਈ ਜਿਹੜੇ ਕੋਈ ਮਾਨਤਾ ਪ੍ਰਾਪਤ ਕਾਲਜ ਨਹੀਂ ਹੈਗੇ ਆਪਣੇ ਕੋਲ, ਉਹਨਾਂ ਕਾਲਜਿਸ ਦੇ ਵਿੱਚ ਤੁਹਾਡੇ ਕੋਲ ਕੋਰਸ ਹੋਣਾ ਚਾਹੀਦਾ ਰਿਲੇਟਿਡ ਟੂ ਡਿਗਰੀ ਜਾਂ ਡਿਪਲੋਮਾ ਹੋਵੇ। ਸੋ ਦੈਟ ਇਜ਼ ਫॉर ਕੰਪਿਊਟਰ ਸਾਇੰਸ, ਇਨਫੋਰਮੇਸ਼ਨ ਟੈਕਨੋਲੋਜੀ ਜਾਂ ਕੰਪਿਊਟਰ ਪ੍ਰੋਗਰਾਮਿੰਗ। ਤੇ ਇੱਕ ਚੀਜ਼ ਹੋਰ ਇਹਦੇ ਵਿੱਚ, ਅਗਰ ਤੁਹਾਡੇ ਕੋਲ ਇੰਡਸਟਰੀ ਐਕਸਪੀਰੀਅੰਸ ਵੀ ਹੈ ਤਾਂ 3 ਸਾਲ ਦਾ ਘੱਟੋ ਘੱਟ ਐਕਸਪੀਰੀਅੰਸ ਸ਼ੋ ਕਰ ਸਕਦੇ ਹੋ, ਫਿਰ ਤੁਹਾਡਾ ਜਿਹੜੀ ਕੁਆਲੀਫਿਕੇਸ਼ਨ ਆ ਉਹ ਚਾਹੇ ਕੋਈ ਹੋਰ ਵੀ ਹੋਵੇ ਤਾਂ ਵੀ ਚੱਲ ਜਾਏਗੀ। ਐਂਡ ਕੁਛ ਇੱਕ ਰਿਕੁਆਇਰਮੈਂਟ ਹੋਰ ਹੈ, ਰੀ ਐਡਮਿਸ਼ਨ ਰਿਕੁਆਇਰਮੈਂਟ ਹੈ। ਅਗਰ ਜਿਸ ਜਗ੍ਹਾ ਤੋਂ ਤੁਸੀਂ ਪੜ੍ਹੇ ਹੋ ਉਸ ਜਗ੍ਹਾ 'ਤੇ ਅਗਰ ਲੈਂਗੁਏਜ ਆਫ ਇੰਸਟਰਕਸ਼ਨ ਇਜ਼ ਨਾਟ ਇੰਗਲਿਸ਼, ਇਹਦੇ ਕਲੀਅਰਲੀ ਲਿਖਿਆ ਹੈ ਨਾਟ ਇੰਗਲਿਸ਼, ਤਾਂ ਤੁਹਾਨੂੰ ਕੁਛ ਐਕਸਟਰਾ ਟੈਸਟ ਦੇਣਾ ਪੈ ਸਕਦਾ ਹੈ। ਕੋਈ ਵੀ ਇੰਗਲਿਸ਼ ਐਫੀਸ਼ੀਐਂਸੀ, ਲੈਂਗੁਏਜ ਪ੍ਰੋਫੀਸ਼ੀਐਂਸੀ ਟੈਸਟ ਤੁਹਾਨੂੰ ਦੇਣਾ ਪਏਗਾ। ਤਾਂ ਉਹਦੇ ਵਿੱਚ ਇਹਨਾਂ ਨੇ ਰਿਕੁਆਇਰਮੈਂਟ ਦਿੱਤੀ, ਜਿਵੇਂ ਕਿ ਆਇਲਸ ਦੇ ਅੰਦਰ ਬੈਂਡ 6.5 ਹੋਵੇ ਤੁਹਾਡੇ ਕੋਲੇ, ਟੋਫਲ IBT ਕੀਤਾ ਤਾਂ 88 ਨੰਬਰ ਹੋਣ, ਸੇਲ ਕੀਤਾ ਤਾਂ 70 ਹੋਣ। ਜੇ ਤੁਸੀਂ ਇਹਨਾਂ ਦੇ ਵਿੱਚੋਂ ਕੁਛ ਨਹੀਂ ਕੀਤਾ ਤਾਂ ਤੁਸੀਂ ਇਹਨਾਂ ਦਾ ਆਪਣਾ ਟੈਸਟ ਵੀ ਕਰ ਸਕਦੇ ਹੋ, ਦੈਟ ਇਜ਼ ਕੋਨਾਸਟੋਗਾ ਇੰਗਲਿਸ਼ ਲੈਂਗੁਏਜ ਟੈਸਟ। ਤਾਂ ਉਹਦੇ ਵਿੱਚ ਵੀ ਬੈਂਡ 6 ਚਾਹੀਦੇ ਹੈ। ਇਹ ਸਾਰੇ ਟੈਸਟ ਆਲਮੋਸਟ ਸੇਮ ਲੈਵਲ ਦੇ ਹੁੰਦੇ ਆ, ਸਿਮਿਲਰ ਹੈ, ਤੁਸੀਂ ਕੋਈ ਵੀ ਆਪਟ ਕਰ ਸਕਦੇ ਹੋ। ਪਰ ਤੁਸੀਂ ਆਪਟ ਉਦੋਂ ਹੀ ਕਰਨਾ ਜਦੋਂ ਤੁਹਾਨੂੰ ਪਤਾ ਕਿ ਤੁਹਾਡਾ ਕਾਲਜ ਹੈ ਜਾਂ ਜਿਹੜਾ ਤੁਹਾਡਾ ਯੂਨੀਵਰਸਿਟੀ ਹੈ ਉੱਥੇ ਜਿੱਥੇ ਤੁਸੀਂ ਇੰਡੀਆ ਦੇ ਵਿੱਚੋਂ ਐਜੂਕੇਸ਼ਨ ਲਿੱਤੀ ਹੈ, ਦੈਟ ਇਜ਼ ਨਾਟ ਇਨ ਇੰਗਲਿਸ਼। ਜਨਰਲੀ ਸਾਰੇ ਇੰਗਲਿਸ਼ ਹੀ ਹੁੰਦੇ ਨੇ ਅੱਜ ਕੱਲ੍ਹ, ਅਤੇ ਇਸ ਟੈਸਟ ਦੀ ਜ਼ਰੂਰਤ ਨਹੀਂ ਪੈਂਦੀ। ਸੋ ਨੈਕਸਟ ਇਜ਼ ਐਡਮਿਸ਼ਨ ਪ੍ਰੋਸੀਜਰ। ਇਹਦੇ ਵਿੱਚ ਕੀ ਹੁੰਦਾ, ਕਾਲਜ ਦਾ ਇੱਕ ਐਪਲੀਕੇਸ਼ਨ ਫਾਰਮ ਆ, ਤੁਸੀਂ ਫਿਲ ਕਰੋਗੇ, ਆਪਣੇ ਪ੍ਰੂਫ ਸਬਮਿਟ ਕਰੋਗੇ ਕਿ ਮੈਂ ਆਹ ਕੋਰਸ ਕੀਤਾ ਹੋਇਆ ਜਾਂ ਮੇਰਾ ਐਕਸਪੀਰੀਅੰਸ ਹੈ। ਐਪਲੀਕੇਸ਼ਨਸ ਨੇ ਉਹਨਾਂ ਨੂੰ ਕਾਲਜ ਵਾਲਿਆਂ ਨੇ ਚੈੱਕ ਕਰਨਾ, ਔਰ ਆਪਣੇ ਬੇਸਿਸ 'ਤੇ ਉਹ ਅਗਰ ਉਹ ਕਨਵਿੰਸ ਹੁੰਦੇ ਕਿ ਸਟੂਡੈਂਟ ਇਹਨੂੰ ਕਰ ਲਏਗਾ ਤਾਂ ਤੁਹਾਨੂੰ ਉਹ ਅਲਾਓ ਕਰ ਦੇਣਗੇ। ਦੈਨ ਯੂ ਗੈਟ ਦ ਲੈਟਰ, ਤਾਂ ਤੁਸੀਂ ਉਸ ਲੈਟਰ ਦੇ ਅਕੋਰਡਿੰਗਲੀ ਆਪਣੇ ਕੋਰਸ ਦੀ ਫੀਸ, ਐਡਮਿਸ਼ਨ ਤੁਹਾਡੀ ਹੋ ਜਾਏਗੀ, ਫੀਸ ਵਗੈਰਾ ਸਬਮਿਟ ਕਰੋ ਐਂਡ ਦੈਟਸ ਇਟ। ਤਾਂ ਕੋਈ ਲੰਬਾ ਚੌੜਾ ਪ੍ਰੋਸੈਸ ਨਹੀਂ ਹੈ, ਬਹੁਤ ਹੀ ਈਜ਼ੀ ਪ੍ਰੋਸੈਸ ਹੈ। ਤੁਸੀਂ ਇਹ ਕਾਲਜ ਦੀ ਵੈਬਸਾਈਟ 'ਤੇ ਜਾ ਕੇ ਅਪਲਾਈ ਨਾਓ 'ਤੇ ਕਰ ਸਕਦੇ ਹੋ ਕਲਿੱਕ, ਕੋਈ ਵੀ ਕੋਰਸ ਸਿਲੈਕਟ ਕਰੋ, ਅਪਲਾਈ ਨਾਓ 'ਤੇ ਕਲਿੱਕ ਕਰੋ, ਇਟ ਵਿਲ ਟੇਕ ਯੂ ਟੂ ਦ ਐਡਮਿਸ਼ਨ ਫਾਰਮ, ਫਿਰ ਉਸ ਤੋਂ ਬਾਅਦ ਫਿਲ ਕਰ ਦਿਓ। ਨੈਕਸਟ ਇਹਦੇ ਬਾਰੇ ਆ ਗਿਆ ਜੀ ਆਪਣੇ ਕੋਲ ਕੋਰਸਿਸ, ਯਾਨੀ ਕਿ ਸਬਜੈਕਟ ਕਿਹੜੇ ਨੇ। ਤਾਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਇਹਦੇ ਵਿੱਚ ਆਪਣੇ ਕੋਲ 4 ਲੈਵਲ ਨੇ। ਦ 4 ਲੈਵਲਸ ਵਿਲ ਬੀ ਕਵਰਡ ਇਨ 2 years, 2 ਸਾਲਾਂ ਦੀ ਅਵਧੀ ਦੇ ਵਿੱਚ ਜੀ, 2 ਸਾਲਾਂ ਦੇ ਵਿੱਚ 4 ਲੈਵਲ ਕਰਵਾਉਣੇ ਇਹਨਾਂ ਨੇ ਤੁਹਾਨੂੰ। ਪਹਿਲਾ ਲੈਵਲ ਹੈ ਜਿਹਦੇ ਵਿੱਚ ਤੁਹਾਡੇ ਕੋਲ ਜੈਨਰਿਕ ਆ ਗਿਆ, ਕੋਨਾਸਟੈਗਾ 101, ਇਹ ਸਿਰਫ ਇਹਨਾਂ ਦੇ ਕਾਲਜ ਬਾਰੇ ਹੀ ਦੱਸਿਆ ਹੁੰਦਾ ਜੀ, ਸਾਡੇ ਕੋਲ ਕਿਹੜੀ ਕਿਹੜੀ ਲਰਨਿੰਗ ਅਪੋਰਚੁਨਿਟੀਜ਼ ਹੈ, ਕੈਂਪਸ ਦੇ ਵਿੱਚ ਕੀ ਕੀ ਸਰਵਿਸਿਜ਼ ਹੈ, ਹੈਲਥ ਕਿਵੇਂ ਹੈ, ਵੈਲਨੈਸ ਕੀ ਹੈ, ਲਰਨਿੰਗ ਇਨਵਾਇਰਮੈਂਟ ਕੀ ਹੈ, ਸਾਡਾ ਜੋ ਕਹਿ ਦਿੰਦੇ ਯੂਜ਼ ਕਰਦੇ ਆ ਮੂਡਲ ਜਾਂ ਇੱਦਾਂ ਦਾ ਕੋਈ ਪੜ੍ਹਾਉਣ ਵਾਲਾ ਜਿਹੜਾ ਸੋਫਟਵੇਅਰ ਹੈ ਉਹ ਕਿੱਦਾਂ ਵਰਕ ਕਰੇਗਾ। ਦੈਟ ਇਜ਼ ਓਨਲੀ ਫॉर 1 hour, ਇਹਦਾ ਕੋਈ ਕ੍ਰੈਡਿਟ ਨਹੀਂ ਹੈ, ਮਤਲਬ ਪਾਸ ਫੇਲ ਕੁਛ ਨਹੀਂ ਹੈ, ਤੁਸੀਂ ਸਿਰਫ ਇਹਨੂੰ ਰੀਡ ਕਰਨਾ, ਦੈਟਸ ਇਟ।
ਉਸ ਤੋਂ ਬਾਅਦ ਤੁਹਾਡੇ ਕੋਲੇ ਪਹਿਲੇ ਹੀ ਵਾਰ 'ਚ 2 ਆਉਣਗੇ ਸਬਜੈਕਟ ਜੀ। ਦ ਫਰਸਟ ਇਜ਼ ਕਲਾਊਡ ਮਾਈਗ੍ਰੇਸ਼ਨ ਐਂਡ ਮੈਨੇਜਮੈਂਟ, ਜਿਹੜਾ ਕਿ 148 ਘੰਟਿਆਂ ਦਾ ਕੋਰਸ ਹੈ। ਟੋਟਲ 10 ਕ੍ਰੈਡਿਟਸ ਮਿਲਣਗੇ ਜੋ ਤੁਸੀਂ ਇਹਨੂੰ ਪਾਸ ਕਰੋਗੇ। ਜਿੰਨੇ ਨੰਬਰ ਲਓਗੇ, ਮੰਨ ਲਓ ਤੁਸੀਂ 70% ਨੰਬਰ ਸਕੋਰ ਕਰ ਲਏ ਇਸ ਸਬਜੈਕਟ ਦੇ ਵਿੱਚ, ਤਾਂ ਤੁਹਾਨੂੰ 7 ਕ੍ਰੈਡਿਟਸ ਐਲੋਕੇਟ ਕਰ ਦਿੱਤੇ ਜਾਣਗੇ। ਤਾਂ ਕਲਾਊਡ ਮਾਈਗ੍ਰੇਸ਼ਨ 'ਚ ਤੁਹਾਨੂੰ ਪਤਾ ਹੀ ਅੱਜ ਕੱਲ੍ਹ ਕਲਾਊਡ ਕੰਪਿਊਟਿੰਗ ਦਾ ਜ਼ਮਾਨਾ ਹੈ। ਹਰੇਕ ਬਿਜ਼ਨਸ ਆਫਿਸ ਜਿੰਨੇ ਵੀ ਹੈਗੇ ਹੈ ਐਗਜ਼ਿਸਟਿੰਗ ਏਮਪਲੋਈਜ਼, ਜਿਹੜਾ ਕਿ ਆਫਲਾਈਨ ਚੱਲਦਾ ਸੀ, ਉਹਨਾਂ ਨੇ ਆਪਣਾ ਕੰਮ ਸਾਰਾ ਆਨਲਾਈਨ ਕਰਨਾ ਹੈ। ਤੁਸੀਂ ਇੱਕ ਗੱਲ ਸੁਣੀ ਹੋਣੀ, ਵੀ ਹੈਵ ਦੈਟ ਮਾਈਕਰੋਸਾਫਟ ਆਫਿਸ 365, ਔਰ ਉਸ ਮਾਈਕਰੋਸਾਫਟ ਆਫਿਸ ਦੇ ਵਿੱਚ ਤੁਸੀਂ ਆਨਲਾਈਨ ਮਾਈਕਰੋਸਾਫਟ ਵਰਡ, ਐਕਸਲ, ਪਾਵਰ ਪੁਆਇੰਟ, ਇਹ ਚੀਜ਼ਾਂ ਸਾਰੀਆਂ ਯੂਜ਼ ਕਰ ਸਕਦੇ ਹੋ। ਇਹਨਾਂ ਨਾਲ ਤੁਹਾਨੂੰ ਕਲਾਊਡ ਸਟੋਰੇਜ, ਵੀਡੀਓ ਸ਼ੇਅਰਿੰਗ, ਪਲੈਟਫਾਰਮ ਕਮਿਊਨੀਕੇਸ਼ਨ, ਐਕਸਲ ਸਪਰੈਡਸ਼ੀਟ, ਇਹ ਸਾਰਾ ਕੁਝ ਤੁਹਾਨੂੰ ਨਜ਼ਰ ਆਏਗਾ ਜੀ ਉਹਦੇ ਵਿੱਚ। ਇਹੀ ਚੀਜ਼ਾਂ ਨੂੰ ਯੂਜ਼ ਕਰਨਾ, ਕਿਵੇਂ ਇੰਸਟਾਲ ਕਰਨਾ, ਕਿਵੇਂ ਕਨਫਿਗਰ ਕਰਨਾ, ਇਹ ਸਬਜੈਕਟ ਦੇ ਵਿੱਚ ਪੜ੍ਹਾਇਆ ਜਾਂਦਾ। ਬਹੁਤ ਹੀ ਈਜ਼ੀ ਅਪਰੋਚ ਹੈ। ਮਾਈਕਰੋਸਾਫਟ ਦਾ ਕੰਟੈਂਟ, ਸਟੱਡੀ ਕੰਟੈਂਟ ਵੀ ਦਿੱਤਾ ਜਾਏਗਾ ਤੁਹਾਨੂੰ। ਤੁਸੀਂ ਚਾਹੇ ਟੀਚਰ ਦੇ ਵੀਡੀਓ ਦੇਖ ਸਕਦੇ ਹੋ ਜਾਂ ਬੁੱਕ ਨੂੰ ਵੀ ਨਾਲ ਫੋਲੋ ਕਰਨਾ ਹੈ, ਤਾਂ ਈਜ਼ੀਲੀ ਸਮਝ ਆ ਜਾਏਗਾ। ਜਿਨ੍ਹਾਂ ਦਾ ਕੰਪਿਊਟਰ ਬੈਕਗਰਾਊਂਡ ਹੈ ਨਾ, ਤਾਂ ਆਪਾਂ ਸਿੰਪਲ ਐਗਜ਼ਾਮਪਲ ਲੈਂਦੇ ਹਾਂ ਕਿ PGDCA ਦਾ ਜੋ ਸਟੂਡੈਂਟ ਹੈ, ਅਗਰ ਉਹਨੇ ਵੀ ਮਤਲਬ ਇਹ ਕੋਰਸ ਨੂੰ ਆਪਟ ਕਰਨਾ, ਉਹ ਵੀ ਈਜ਼ੀਲੀ ਕਰ ਲਏਗਾ। ਕੋਈ ਜ਼ਿਆਦਾ ਮੁਸ਼ਕਿਲ ਵਾਲੀ ਗੱਲ ਨਹੀਂ ਹੈ। ਸੈਕਿੰਡ ਜੋ ਤੁਹਾਡੇ ਕੋਲ ਇਹ 'ਚ ਕੋਰਸ ਆਏਗਾ, ਦੈਟ ਇਜ਼ ਕਸਟਮਰ ਨੀਡਸ ਐਂਡ ਰਿਕੁਆਇਰਮੈਂਟਸ, ਕਿ ਕਸਟਮਰ ਨਾਲ ਇੰਟਰੈਕਟ ਕਰਨਾ, ਤੁਸੀਂ ਉਹਨਾਂ ਦੀਆਂ ਟੈਕਨੀਕਲ ਨੀਡਸ ਕਿਵੇਂ ਹੋਣਗੀਆਂ, ਨਾਨ ਟੈਕਨੀਕਲ ਨੀਡਸ ਕਿਵੇਂ ਹੋਣਗੀਆਂ, ਸਟੇਕ ਹੋਲਡਰਸ ਨਾਲ ਕਿੱਦਾਂ ਡੀਲ ਕਰਨਾ, ਉਹਨਾਂ ਦੀਆਂ ਕੀ ਰਿਕੁਆਇਰਮੈਂਟਸ ਹੈ, ਰਿਕੁਆਇਰਮੈਂਟ ਗੈਦਰਿੰਗ ਫੇਜ਼। ਜੋ ਇੰਜੀਨੀਅਰਿੰਗ ਦੇ ਸਟੂਡੈਂਟਸ ਹੈ, BTech CSE ਦੇ, ਉਹਨਾਂ ਨੂੰ ਪਤਾ ਹੈ ਕਿ ਸੌਫਟਵੇਅਰ ਇੰਜੀਨੀਅਰਿੰਗ ਇੱਕ ਸਬਜੈਕਟ ਹੁੰਦਾ, ਉਹਦੇ ਅੰਦਰ ਰਿਕੁਆਇਰਮੈਂਟਸ ਗੈਦਰਿੰਗ ਫੇਜ਼ ਹੁੰਦਾ, ਉਹ ਇਹਦੇ ਵਿੱਚ ਆਏਗਾ ਜੀ ਥੋੜ੍ਹਾ ਬਹੁਤ। ਕੁਆਲਿਟੀ ਕਿਵੇਂ ਹੁੰਦਾ, ਰਿਸਕ ਮੈਨੇਜਮੈਂਟ ਕੀ ਹੁੰਦਾ, ਇਹ ਸਾਰੀਆਂ ਚੀਜ਼ਾਂ ਕਵਰ ਹੋਣਗੀਆਂ। ਦਿਸ ਕੋਰਸ ਇਜ਼ ਫॉर 152 ਆਵਰਸ ਐਂਡ 10 ਕ੍ਰੈਡਿਟਸ। ਤਾਂ ਪ੍ਰੀ ਰਿਕੁਇਜ਼ਿਟਸ ਜਾਂ ਕੋ ਰਿਕੁਇਜ਼ਿਟ ਦੋਨੋਂ ਕੋਰਸਿਸ ਲਈ ਕੋਈ ਨਹੀਂ ਹੈਗੀਆਂ ਜੀ। ਮਤਲਬ ਪਹਿਲਾਂ ਤੁਹਾਨੂੰ ਕੁਝ ਨਹੀਂ ਆਉਣਾ ਹੋਣਾ ਚਾਹੀਦਾ, ਕੋਈ ਜ਼ਰੂਰੀ ਨਹੀਂ, ਜੋ ਵੀ ਆਉਂਦਾ ਡਾਇਰੈਕਟਲੀ ਆ ਜਾਓ ਅਤੇ ਪੜ੍ਹ ਕੇ ਤੁਸੀਂ ਕਲੀਅਰ ਕਰ ਸਕਦੇ ਹੋ। ਆਫਟਰ ਦੈਟ ਯੂ ਗੋ ਟੂ ਲੈਵਲ 2। ਲੈਵਲ 2 ਦੇ ਅੰਦਰ ਤੁਹਾਡੇ ਕੋਲ ਪਹਿਲਾ ਜੋ ਕੋਰਸ ਹੈ, ਦੈਟ ਇਜ਼ ਕੋਲੈਬੋਰੇਟਿਵ ਪ੍ਰੋਡਕਟਿਵਿਟੀ। ਨਾਓ ਯੂ ਨੋ ਦੈਟ ਔਨਲਾਈਨ ਪਲੈਟਫਾਰਮ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਨੰਬਰ ਆਫ ਯੂਜ਼ਰਸ ਹੈ, ਜਿਹੜੇ ਕੰਪਨੀ ਦੇ ਯੂਜ਼ਰ ਹੋਣਗੇ, ਉਹ ਸਾਰੇ ਕੋਲੈਬੋਰੇਟ ਹੋ ਜਾਣਗੇ, ਇੱਕ ਦੂਜੇ ਨਾਲ ਡੇਟਾ ਸ਼ੇਅਰ ਕਰ ਸਕਦੇ ਆ, ਫਾਈਲ ਸ਼ੇਅਰ ਕਰ ਸਕਦੇ ਆ, ਫੀਚਰਸ ਯੂਜ਼ ਕਰ ਸਕਦੇ ਆ, ਫੰਕਸ਼ਨੈਲਿਟੀ ਇੰਕਰੀਜ਼ ਹੋ ਜਾਂਦੀ ਹੈ, ਉਹਨਾਂ ਦਾ ਐਕਸਪੀਰੀਅੰਸ, ਯੂਜ਼ਰ ਐਕਸਪੀਰੀਅੰਸ ਵੱਧ ਜਾਂਦਾ ਜੀ। ਤਾਂ ਇਹ ਸਾਰੀਆਂ ਚੀਜ਼ਾਂ ਨੂੰ ਯੂਜ਼ ਕਰਦੇ ਹੋਏ ਕਿੱਦਾਂ ਬਿਜ਼ਨਸ ਨੂੰ ਹੈਲਪ ਕਰਨਗੇ, ਹਾਊ ਦਾ ਬਿਜ਼ਨਸ ਵਿਲ ਗਰੋ, ਡੇਟਾ ਕਿਵੇਂ ਸ਼ੇਅਰ ਕਰਨਗੇ, ਸਿਕਿਉਰਿਟੀ ਕਿਵੇਂ ਇੰਕਰੀਜ਼ ਹੋਏਗੀ, ਬਿਜ਼ਨਸ ਨੂੰ ਕਿਵੇਂ ਇਹਨਾਂ ਚੀਜ਼ਾਂ ਨਾਲ ਹੈਲਪ ਹੋਏਗੀ। ਤਾਂ ਇਹ ਚੀਜ਼ਾਂ ਇਸ ਸਬਜੈਕਟ 'ਚ ਕਵਰ ਕੀਤੀਆਂ ਹੋਈਆਂ ਨੇ। ਦ ਨੈਕਸਟ ਵਨ ਇਜ਼ ਡੇਟਾਬੇਸ ਐਪਲੀਕੇਸ਼ਨ, ਪਿਓਰਲੀ ਡੇਟਾਬੇਸ ਦੇ ਨਾਲ ਰਿਲੇਟਿਡ ਹੈ। ਤਾਂ ਸਭ ਤੋਂ ਈਜ਼ੀ ਜੋ ਡੇਟਾਬੇਸ ਆਪਾਂ ਪੜ੍ਹਦੇ ਹਾਂ, ਦੈਟ ਇਜ਼ ਮਾਈਕਰੋਸਾਫਟ ਐਕਸੈਸ। ਤਾਂ ਕੌਨਸੈਪਟਸ ਬਿਲਕੁਲ ਸੇਮ ਹੈ। ਯੂ ਯੂਜ਼ ਦ SQLs, ਦੈਟ ਇਜ਼ ਸਟਰਕਚਰਡ ਕੁਐਰੀ ਲੈਂਗੁਏਜਿਸ, ਟੂ ਕ੍ਰੀਏਟ ਦ ਡੇਟਾਬੇਸ। ਤਾਂ ਡੇਟਾਬੇਸ ਦੇ ਅੰਦਰ ਕੀ ਹੁੰਦਾ, ਯੂ ਡਿਜ਼ਾਈਨ ਸਮ ਟੇਬਲਸ, ਤਾਂ ਟੇਬਲ, ਫਾਰਮਸ, ਰਿਪੋਰਟ, ਇਹ ਚੀਜ਼ਾਂ ਡਿਵੈਲਪ ਕਰਨੀਆਂ, ਟੇਬਲ ਦੇ ਰਿਲੇਸ਼ਨਸ਼ਿਪਸ ਕ੍ਰੀਏਟ ਕਰਨੇ ਆ, ਡੇਟਾਬੇਸ ਨੋਰਮਲਾਈਜੇਸ਼ਨ, ਕੁਐਰੀ ਡੈਫੀਨੇਸ਼ਨ, DDL, DML, KPI, ਇਹ ਸਾਰੀਆਂ ਚੀਜ਼ਾਂ ਇਹਦੇ ਵਿੱਚ ਕਵਰ ਹੋ ਰਹੀਆਂ। ਕੋਰਸ ਲੈਂਥ ਥੋੜ੍ਹੀ ਜਿਹੀ ਛੋਟੀ ਹੈ, ਆਰਸ 56, ਕ੍ਰੈਡਿਟਸ ਵੀ ਉਸੇ ਤਰ੍ਹਾਂ ਇਹਨਾਂ ਨੇ ਘਟਾਤੇ ਹੈ, ਕ੍ਰੈਡਿਟਸ ਆਰ 4। ਤਾਂ ਇੱਥੋਂ ਤੁਹਾਨੂੰ ਪਤਾ ਲੱਗ ਸਕਦਾ ਕਿ ਜਿਹੜੇ ਟਿਪੀਕਲ ਸਬਜੈਕਟਸ ਹੈ, ਉਹਨਾਂ ਦੀ ਵੇਟੇਜ ਥੋੜ੍ਹੀ ਜਿਹੀ ਇਹਨਾਂ ਨੇ ਘਟਾਤੀ, ਤਾਂ ਕਿ ਯੂਜ਼ਰ ਜਾਂ ਸਟੂਡੈਂਟ ਦੇ ਉੱਤੇ ਇੰਨਾ ਲੋਡ ਨਾ ਪਵੇ। ਅਤੇ ਜਿਵੇਂ ਉਹ ਲੈਵਲ ਦੇ ਇੰਕਰੀਜ਼ ਕਰਦਾ ਰਹੇਗਾ, ਮੰਨ ਲਓ ਲੈਵਲ 3 'ਤੇ ਪਹੁੰਚਿਆ, ਥੋੜ੍ਹੀ ਜਿਹੀ ਡਿਫੀਕਲਟੀ ਇੰਕਰੀਜ਼ ਕਰ ਦੇਣਗੇ, ਉਨੇ 'ਚ ਬੱਚੇ ਦਾ ਉਨਾ ਕੈਲੀਬਰ ਵੀ ਬਣ ਜਾਂਦਾ ਕਿ ਉਹ ਆਰਾਮ ਨਾਲ ਇਸ ਚੀਜ਼ ਨੂੰ ਸਿੱਖ ਸਕਦਾ। ਯੂਜ਼ਰ ਐਕਸਪੀਰੀਅੰਸ ਐਂਡ ਯੂਜ਼ਰ ਇੰਟਰਫੇਸ, ਲਓ ਜੀ, ਇਹ ਬਹੁਤ ਹੀ ਈਜ਼ੀ ਸਬਜੈਕਟ ਹੈ, ਬਹੁਤ ਹੀ ਇੰਟਰਸਟਿੰਗ ਸਬਜੈਕਟਸ ਹੈ। ਮੇਰੇ ਸਟੂਡੈਂਟਸ ਕਹਿੰਦੇ ਜੀ ਉਹਨਾਂ ਦਾ ਫੇਵਰੇਟ ਸਬਜੈਕਟ ਹੈ। ਤਾਂ ਰੀਜ਼ਨ ਕੀ ਹੈ ਕਿ ਆਪਾਂ ਮੋਬਾਈਲ ਫੋਨਸ ਯੂਜ਼ ਕਰਦੇ ਹਾਂ, ਆਪਾਂ ਵੈਬਸਾਈਟਸ ਯੂਜ਼ ਕਰਦੇ ਹਾਂ, ਉਹਨਾਂ ਦੇ ਅੰਦਰ ਕੀ ਹੁੰਦਾ, ਤਾਂ ਅਗਰ ਕੋਈ ਵੈਬਸਾਈਟ ਹੈ, ਉਹਨਾਂ ਦਾ ਯੂਜ਼ਰ ਐਕਸਪੀਰੀਅੰਸ ਅੱਛਾ ਨਾ ਹੋਵੇ, ਮਤਲਬ ਯੂਜ਼ਰ ਨੂੰ ਯੂਜ਼ ਕਰਕੇ ਮਜ਼ਾ ਨਾ ਆਵੇ, ਈਜ਼ੀ ਨਾ ਲੱਗੇ, ਐ ਨਾ ਲੱਗੇ ਕਿ ਯਾਰ ਬਹੁਤ ਈਜ਼ੀ ਹੈ ਤੇ ਕੰਮ ਕਰਨਾ, ਤਾਂ ਉਹ ਡੈਫੀਨੇਟਲੀ ਉਹਦੀ ਰੇਟਿੰਗ ਘੱਟ ਜਾਂਦੀ ਹੈ ਜੀ। ਔਰ ਇਸ ਚੀਜ਼ ਦਾ ਬਹੁਤ ਜ਼ਰੂਰੀ ਧਿਆਨ ਦਿੱਤਾ ਜਾਂਦਾ ਕਿ ਕਿਸ ਤਰ੍ਹਾਂ ਸਟੂਡੈਂਟ ਹੈ, ਉਹਨੇ ਕੁਛ ਸਕਿੱਲਸ ਡਿਵੈਲਪ ਕਰਨੇ, ਇਹ ਚੀਜ਼ਾਂ ਸਿਖਾਈਆਂ ਜਾਂਦੀਆਂ ਕਿ ਰਿਸਰਚ ਕਿਵੇਂ ਕਰਨੀ ਹੈ ਜੀ ਯੂਜ਼ਰ 'ਤੇ, ਡਿਜ਼ਾਈਨ ਡਾਕੂਮੈਂਟੇਸ਼ਨਸ ਕਿਵੇਂ ਰੈਡੀ ਕਰਨੀ ਹੈ, ਸਾਈਟ ਨੂੰ ਸਟਰਕਚਰ ਕਿਵੇਂ ਬਣਾਉਣਾ, ਕਿ ਵੈਬਸਾਈਟ ਦੇ ਵਿੱਚ ਪਹਿਲੇ ਪੇਜ 'ਤੇ ਆ ਹੋਊਗਾ ਜੀ, 10 ਪੇਜ ਹੋਣਗੇ ਜੀ, ਲਾਸਟ ਪੇਜ 'ਤੇ ਇਹ ਹੋਏਗਾ, ਉਹ ਹੋਏਗਾ, ਯੂਜ਼ੇਬਿਲਿਟੀ ਕਿਵੇਂ ਇੰਕਰੀਜ਼ ਕਰਨੀ ਹੈ ਨਾ। ਤੁਸੀਂ ਦੇਖਿਆ ਹੋਣਾ ਕੁਝ ਵੈਬਸਾਈਟਸ ਦੇ ਉੱਤੇ ਡਰੈਗ ਐਂਡ ਡਰੋਪ ਹੋ ਕੇ ਮਤਲਬ ਚੀਜ਼ਾਂ ਆ ਰਹੀਆਂ, ਸਲਾਈਡ ਹੋ ਕੇ ਆ ਰਿਹਾ, ਤਾਂ ਇੱਦਾਂ ਦੀ ਫੰਕਸ਼ਨੈਲਿਟੀਜ਼ ਐਡ ਕਰਨੀਆਂ। ਐਂਡ ਜੋ ਲਾਸਟ ਕੋਰਸ ਹੈ ਇਸ ਲੈਵਲ ਦਾ, ਦੈਟ ਇਜ਼
ਕੋਲੈਬੋਰੇਟਿਵ ਐਡਮਿਨਿਸਟ੍ਰੇਸ਼ਨ। ਤਾਂ ਜਿਵੇਂ ਯੂਜ਼ਰਸ ਕੋਲੈਬੋਰੇਟ ਹੁੰਦੇ, ਇੱਧਰ ਐਡਮਿਨਿਸਟ੍ਰੇਸ਼ਨ ਵੀ ਕੋਲੈਬੋਰੇਟ ਹੋ ਰਹੀ ਹੈ, ਕ੍ਰਾਸ ਫੰਕਸ਼ਨਲ ਟੀਮਸ ਬਣ ਰਹੀਆਂ। ਇੱਕ ਟੀਮ ਕਿਸੇ ਇੱਕ ਫੀਚਰ ਤੇ ਕੰਮ ਕਰਦੀ ਹੈ, ਦੂਸਰੀ ਟੀਮ ਦੂਸਰੇ ਫੀਚਰ ਤੇ ਕੰਮ ਕਰਦੀ ਹੈ। ਹੁਣ ਦੋਨੋਂ ਟੀਮਸ ਨੇ ਕਿਵੇਂ ਕੋਲੈਬੋਰੇਟ ਕਰਕੇ ਥਰਡ ਉੱਤੇ, ਮਤਲਬ ਥਰਡ ਪਲੈਟਫਾਰਮ ਤੇ ਜਾਂ ਏਰੀਆ 'ਚ ਜਾਂ ਬਲੌਗ 'ਚ ਸਾਈਟ ਬਣਾਉਣੀ ਹੈ ਜਾਂ ਫਾਰਮ ਬਣਾਉਣਾ, ਉਹਨਾਂ ਦੇ 'ਚ ਆਪਣੇ ਫੀਚਰਸ ਕਿਵੇਂ ਐਡ ਕਰਨੇ ਹੈ, ਡਿਜ਼ਾਈਨ ਕਿਵੇਂ ਬਣਾਉਣਾ, ਵਰਕ ਫਲੋ ਕਿਵੇਂ ਕ੍ਰੀਏਟ ਕਰਨਾ ਹੈ ਨਾ, ਤਾਂ ਐਕਸੈਸ ਕਿਵੇਂ ਦੇਣੇ ਹੈ, ਕੋਈ ਐਕਸੈਸ ਗ੍ਰਾਂਟ ਕਰਨੇ ਹੈ, ਕੁਛ ਰਿਵੋਕ ਕਰ ਲੈਣੇ, ਕੁਛ ਜਗ੍ਹਾ 'ਤੇ ਉਹਨਾਂ ਨੂੰ ਬਲੌਕ ਕਰ ਦੇਣਾ। ਤਾਂ ਇਹ ਸਾਰੀਆਂ ਚੀਜ਼ਾਂ ਡਿਸਕਸ ਕਰਦੇ ਹਾਂ। ਐਵੇਂ ਹੀ ਆਪਣੇ ਕੋਲ ਲੈਵਲ 3 ਐਂਡ ਲੈਵਲ 4 ਹੈ, ਇਹਨਾਂ ਦੇ ਸਬਜੈਕਟਸ ਦੀ ਇਨਫੋਰਮੇਸ਼ਨ ਮੈਂ ਨੈਕਸਟ ਵੀਡੀਓ ਦੇ ਵਿੱਚ ਬਣਾਉਂਗਾ। ਆਈ ਜਸਟ ਟੇਕਿੰਗ ਦ ਨੇਮਸ। ਲੈਵਲ 3 ਦੇ ਵਿੱਚ ਆਉਂਦਾ ਕਲਾਇੰਟ ਕਮਿਊਨੀਕੇਸ਼ਨ, ਤੇ ਕਲਾਇੰਟ ਨਾਲ ਕਿਵੇਂ ਕਮਿਊਨੀਕੇਟ ਕਰਨਾ ਹੈ ਨਾ, ਈਮੇਲਸ ਦੇ ਥਰੂ, ਕੀ ਫਾਰਮਲ ਪ੍ਰੋਸੈਸਿਸ ਹੈ, ਕਿੱਦਾਂ ਉਹਨਾਂ ਨੂੰ ਇੰਡਲਜ ਕਰਨਾ ਵੀ ਤੁਸੀਂ ਆਹ ਕੰਮ ਕਰ ਰਹੇ ਹੋ ਜੀ, ਅਸੀਂ ਆਹ ਕੰਮ ਕਰ ਰਹੇ, ਉਹਨਾਂ ਨੂੰ ਰਿਵਿਊਜ਼ ਦੇਣੇ ਆ। ਦੈਨ ਯੂ ਹੈਵ ਡੇਟਾ ਫਲੋ। ਡੇਟਾ ਫਲੋ ਜਿਹੜਾ ਤੁਹਾਡਾ ਕੋਰਸ ਹੈ, ਇਹਦੇ ਅੰਦਰ ਸਾਰਾ ਹੀ ਡੇਟਾ ਕਿੱਦਾਂ ਫਲੋ ਕਰ ਰਿਹਾ ਤੁਹਾਡੇ ਐਪਲੀਕੇਸ਼ਨ ਦੇ ਅੰਦਰ, ਤੁਹਾਡੇ ਵਰਕਿੰਗ ਸਟਾਈਲ ਦੇ ਅੰਦਰ, ਉਹ ਚੀਜ਼ਾਂ। ਫਿਰ ਬ੍ਰਾਂਡਿੰਗ ਐਂਡ ਸਟਾਈਲ ਗਾਈਡ, ਇੱਕ ਸਿੰਪਲ ਜੀ ਚੀਜ਼ ਨੂੰ ਬ੍ਰਾਂਡ ਕਿਵੇਂ ਬਣਾਇਆ ਜਾਂਦਾ, ਸਟਾਈਲਸ ਕਿਵੇਂ ਜਨਰੇਟ ਕੀਤੇ ਜਾਂਦੇ, ਉੱਦਾਂ ਦਾ। ਫਿਰ ਤੁਹਾਡੇ ਕੋਲ ਇੱਕ ਸਬਜੈਕਟ ਆ ਜਾਂਦਾ ਕੋਲੈਬੋਰੇਟਿਵ ਐਨਵਾਇਰਨਮੈਂਟ ਪ੍ਰੋਸੈਸਿਸ। ਤਾਂ ਕੁਛ ਪ੍ਰੋਸੈਸ ਇੱਦਾਂ ਦੇ ਐਨਵਾਇਰਨਮੈਂਟ, ਜੋ ਵੀ ਤੁਹਾਡਾ ਡਿਜ਼ਾਈਨ ਐਨਵਾਇਰਨਮੈਂਟ ਆ, ਉਹਦੇ ਅੰਦਰ ਕੋਲੈਬੋਰੇਟ ਹੋ ਕੇ ਵਰਕ ਕਰਦੇ ਆ। ਤਾਂ ਔਰ ਲਾਸਟਲੀ ਤੁਸੀਂ ਦੇਖ ਸਕਦੇ ਹੋ ਲੈਵਲ 4 ਦੇ ਵਿੱਚ ਕੋਲੈਬੋਰੇਟਿਵ ਐਨਵਾਇਰਨਮੈਂਟ ਪ੍ਰੋਸੈਸਿਸ 2 ਵੀ ਆ ਗਿਆ। ਤਾਂ ਇਹਦਾ ਮਤਲਬ ਹੈ ਕਿ ਤੁਹਾਡਾ ਮੇਨ ਜੋ 3rd ਔਰ 4th ਲੈਵਲ ਦਾ ਕਨਸੈਂਟਰੇਸ਼ਨ ਹੈ, ਦੈਟ ਇਜ਼ ਔਨ ਕੋਲੈਬੋਰੇਟਿਵ ਐਨਵਾਇਰਨਮੈਂਟ ਪ੍ਰੋਸੈਸਿਸ। ਕਿਉਂਕਿ ਐਗਜ਼ੈਕਟਲੀ ਇਹਨਾਂ ਨੇ ਐਕਚੁਅਲ 'ਚ ਤੁਹਾਨੂੰ ਇਹੀ ਸਿਖਾਉਣਾ ਹੈ ਕਿ ਐਂਟਰਪ੍ਰਾਈਜ਼ ਦੇ ਅੰਦਰ ਕੰਟੈਂਟ ਕਿਵੇਂ ਮੈਨੇਜ ਹੁੰਦਾ। ਤਾਂ ਕੰਟੈਂਟ ਉੱਥੇ ਮੈਨੇਜ ਹੀ ਉਤੋਂ ਹੁੰਦਾ ਜਦੋਂ ਕੰਟੈਂਟ ਅਲੱਗ-ਅਲੱਗ ਸੋਰਸਿਸ ਤੋਂ ਹੋ ਰਹੇ ਔਰ ਕੋਲੈਬੋਰੇਟ ਕਰਨਾ ਉਹਨਾਂ ਨੂੰ, ਉਹ ਦੋਨਾਂ ਨੂੰ 300-400 ਸੋਰਸਿਸ ਨੂੰ ਕੋਲੈਬੋਰੇਟ ਕਰਕੇ ਇੱਕ ਚੀਜ਼ ਬਣਾਉਣੀ। ਔਰ ਐਂਡ ਦੇ ਉੱਤੇ ਤੁਹਾਨੂੰ ਮਿਲੇਗਾ ਜੀ ਕੈਪਸਟੋਨ। ਸੋ ਕੈਪਸਟੋਨ ਕੁਛ ਨਹੀਂ ਹੁੰਦਾ, ਇੱਕ ਇਹਨਾਂ ਦਾ ਛੋਟਾ ਜਿਹਾ ਪ੍ਰੋਜੈਕਟ ਹੁੰਦਾ ਜਿਹਦੇ ਵਿੱਚ ਤੁਸੀਂ ਸਾਰੀ ਜੋ ਚੀਜ਼ਾਂ ਪੜ੍ਹੀਆਂ ਉਹਨੂੰ ਇੰਪਲੀਮੈਂਟ ਕਰਨਾ। ਤਾਂ ਉਹ ਪ੍ਰੋਜੈਕਟ ਪਲਾਨ ਡਿਜ਼ਾਈਨ ਕਰਕੇ ਤੁਸੀਂ ਸਬਮਿਟ ਕਰਨਾ ਹੁੰਦਾ ਜੀ ਆਪਣੇ ਟੀਚਰ ਨੂੰ। ਤਾਂ ਜੋ ਵੀ ਇਹ ਟੋਟਲ ਜੋ ਆਪਣੇ ਕੋਲ ਇਹ ਕੋਰਸ ਹੈਗਾ, ਯਾਨੀ ਕਿ ਟੋਟਲ ਆਪਾਂ ਇਹਨੂੰ ਪ੍ਰੋਗਰਾਮ ਨੂੰ ਕਹਿੰਦੇ ਆ, ਇਸ ਪ੍ਰੋਗਰਾਮ ਦੇ ਅੰਦਰ ਜੋ ਵੀ ਸਾਰੇ ਲੈਵਲਸ ਆਏ ਹੈ ਔਰ ਹਰ ਲੈਵਲ ਦੇ ਅੰਦਰ ਜਿੰਨੇ ਵੀ ਕੋਰਸਿਸ ਹੈ, ਇਹਨਾਂ ਦੇ ਵਿੱਚ ਤੁਹਾਨੂੰ ਸਟੱਡੀ ਮਟੀਰੀਅਲ ਵੀ ਪ੍ਰੋਵਾਈਡ ਕੀਤਾ ਜਾਏਗਾ। ਟੀਚਰ ਵੀਡੀਓ ਲੈਕਚਰਸ ਵੀ ਲਗਾਉਂਦੇ ਨੇ, ਟੀਚਰ ਤੁਹਾਨੂੰ ਹਰ ਤਰ੍ਹਾਂ ਦੀ ਹੈਲਪ ਵੀ ਕਰਦੇ ਨੇ। ਯੂ ਆਰ ਗਿਵਨ ਅਸਾਈਨਮੈਂਟਸ, ਤੁਹਾਨੂੰ ਅਸਾਈਨਮੈਂਟਸ ਮਿਲਦੀਆਂ, ਕੁਇਜ਼ ਹੁੰਦੇ ਆ, ਤੁਹਾਡੇ ਐਗਜ਼ਾਮਸ ਹੁੰਦੇ ਆ, ਆਨਲਾਈਨ ਹੁੰਦੇ ਆ ਜੀ, ਉਹਨੂੰ ਤੁਸੀਂ ਅਟੈਂਪਟ ਕਰਨਾ। ਇਨ ਕਲਾਸ ਹੋ ਗਿਆ, ਤੁਹਾਡੇ ਕੋਲ ਇਨ ਕਲਾਸ ਅਟੈਂਪਟ ਹੁੰਦੇ ਆ। ਤਾਂ ਜਿਵੇਂ ਤੁਸੀਂ ਇਹ ਚੀਜ਼ਾਂ ਨੂੰ ਕਰਦੇ ਜਾਓਗੇ, ਤੁਸੀਂ ਅਸਾਈਨਮੈਂਟ ਸਬਮਿਟ ਕਰਦੇ ਜਾਓਗੇ, ਤੁਹਾਡੇ ਕ੍ਰੈਡਿਟਸ ਤੁਹਾਨੂੰ ਐਲੋਕੇਟ ਹੋਣਗੇ। ਐਟ ਦੀ ਐਂਡ ਆਫ ਦਿਸ ਹੋਲ ਪ੍ਰੋਗਰਾਮ, ਤਾਂ ਤੁਹਾਨੂੰ ਐਂਡ 'ਤੇ ਦੱਸ ਦਿੱਤਾ ਜਾਏਗਾ ਜੀ ਤੁਹਾਡੇ ਆਹ ਸਬਜੈਕਟਸ ਦੇ ਵਿੱਚ ਇੱਦਾਂ ਸਕੋਰ ਕਰਕੇ ਤੁਹਾਡੇ ਫਾਈਨਲੀ ਤੁਸੀਂ ਪਾਸ ਕਰ ਲਿਆ। ਤਾਂ ਕੋਈ ਜ਼ਿਆਦਾ ਇਹਦੇ ਵਿੱਚ ਅੱਛੇ ਮਾਰਕਸ ਸਕੋਰ ਕਰਨ ਦਾ ਚੱਕਰ ਨਹੀਂ ਹੁੰਦਾ। ਫੋਰਨ ਦੀ ਐਜੂਕੇਸ਼ਨ ਬੜੀ ਵਧੀਆ, ਉਹਨਾਂ ਨੇ ਇਹ ਕਿਹਾ ਜੀ ਅਗਰ ਤੁਸੀਂ ਲਾਈਕ 50% ਮਾਰਕਸ ਲੈ ਕੇ ਤੁਸੀਂ ਪਾਸ ਕਰ ਲਿਆ, ਦੈਨ ਇਟਸ ਓਕੇ, ਤੁਹਾਨੂੰ ਸਰਟੀਫਿਕੇਟ ਦਿੱਤਾ ਜਾਏਗਾ ਐਂਡ ਯੂ ਵਿਲ ਬੀ ਕੰਸੀਡਰਡ ਕਿ ਤੁਸੀਂ ਇਸ ਨੂੰ ਕਰ ਸਕਦੇ ਹੋ। ਤਾਂ ਇੱਦਾਂ ਦਾ ਕੋਈ ਸਿਨੈਰੀਓ ਨਹੀਂ ਕਿ ਮੈਂ ਜੀ ਬਹੁਤ ਅੱਛੇ ਮਾਰਕਸ ਹੀ ਸਕੋਰ ਕਰਨੇ ਆ। ਸੋ ਯੂ ਕੈਨ ਈਜ਼ੀਲੀ ਗੋ ਫॉर ਆਲ ਦਿਸ ਥਿੰਗਸ, ਠੀਕ ਹੈ ਜੀ। ਔਰ ਗੈਟ ਇਟ ਡਨ ਐਡੂਕੇਸ਼ਨ ਕੰਸਲਟੈਂਟ ਹੈ, ਉਹਨਾਂ ਦੇ ਵਿੱਚ ਇਹਨਾਂ ਚੀਜ਼ਾਂ ਦੇ ਬਾਰੇ ਡਿਟੇਲ ਦੇ ਵਿੱਚ ਵੀ ਤੁਹਾਨੂੰ ਹੈਲਪ ਦਿੱਤੀ ਜਾਂਦੀ ਹੈ। ਜੋ ਸਾਡੇ ਐਗਜ਼ਿਸਟਿੰਗ ਸਟੂਡੈਂਟਸ ਆ ਉਹ ਸਾਡੇ ਨਾਲ ਇਨ ਟੱਚ ਰਹਿੰਦੇ ਆ, ਕਿਸੇ ਨੂੰ ਕਿਸੇ ਸਬਜੈਕਟ ਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਹੈ, ਅਸੀਂ ਉਹਨਾਂ ਦੀ ਉੱਦਾਂ ਵੀ ਹੈਲਪ ਕਰਦੇ ਹਾਂ। ਤਾਂ ਉਹ ਚੀਜ਼ ਵੀ ਹੈਗੀ ਹੈ। ਸੋ ਡੈਫੀਨੇਟਲੀ ਅਗਰ ਇਹਦੇ ਵਿੱਚ ਆਪਾਂ ਮੋਰ ਦੇਖਾਂਗੇ, ਮੋਰ ਦੇ ਵਿੱਚ ਕੁਛ ਨਹੀਂ, ਇਹਨਾਂ ਨੇ ਸਿਰਫ ਜਨਵਰੀ 2021 ਦੇ ਬਾਰੇ ਦਿੱਤਾ ਕਿ ਤੁਸੀਂ ਤੁਹਾਡੇ ਕੋਲ ਅਪੋਰਚੁਨਿਟੀਜ਼ ਹੈ, ਜੋਬ ਬੈਂਕ GC 'ਤੇ ਜਾ ਕੇ ਤੁਸੀਂ ਦੇਖ ਲਓ ਇਸ ਕੋਰਸ ਦੀਆਂ। ਤੁਸੀਂ ਅਗਰ ਲਿਖਦੇ ਹੋ ਵੀ ਐਂਟਰਪ੍ਰਾਈਜ਼ ਕੰਟੈਂਟ ਮੈਨੇਜਮੈਂਟ ਕੀਤੀ ਹੈ ਤਾਂ ਜੋਬ ਲਿਸਟਿੰਗਸ ਵੀ ਆ ਜਾਂਦੀਆਂ। ਤਾਂ ਤੁਹਾਡੇ ਕੋਲ ਇੱਕ ਅੱਛਾ ਮੌਕਾ ਹੈ ਅਗਰ ਤੁਸੀਂ ਟੈਕਨੀਕਲ ਬੈਕਗਰਾਊਂਡ ਦੇ ਵਿੱਚੋਂ ਐਂਡ ਯੂ ਆਰ ਮੂਵਿੰਗ ਟੂ ਕੈਨੇਡਾ, ਤਾਂ ਉੱਥੇ ਟੈਕਨੀਕਲ ਦੀ ਬਹੁਤ ਡਿਮਾਂਡ ਹੈ। ਬਹੁਤ ਸਾਰੀ ਕੰਪਨੀਜ਼ ਆ, ਅਪਕਮਿੰਗ ਬ੍ਰਾਂਡਸ ਹੈ ਜਿਨ੍ਹਾਂ ਨੂੰ ਜ਼ਰੂਰਤ ਹੈ ਤੁਹਾਡੀ, ਐਂਡ ਯੂ ਕੈਨ ਡੂ ਇਟ। ਸੋ ਇਹੀ ਚੀਜ਼ ਹੈ। ਇੱਕ ਇਹਨਾਂ ਦੇ ਕੋਲ ਇੱਕ ਲਾਸਟ ਕਨਸੈਪਟ ਜ਼ਰੂਰ ਦੱਸ ਦਿੰਦਾ, ਬ੍ਰਿੰਗ ਯੋਰ ਓਨ ਡਿਵਾਈਸ। ਇਹਦੇ ਵਿੱਚ ਇੱਕ ਲਿਖਿਆ ਹੁੰਦਾ ਕਿ ਇਹ ਕੌਨਫੀਗਰੇਸ਼ਨ ਦੱਸ ਦੇਣਗੇ ਜੀ, ਉੱਦਾਂ ਦਾ ਤੁਸੀਂ ਆਪਣਾ ਲੈਪਟਾਪ ਵਗੈਰਾ ਨਾਲ ਲੈ ਕੇ ਆਓ ਤਾਂ ਕਿ ਉਹਦੇ ਉੱਤੇ ਕੰਮ ਕੀਤਾ ਜਾਵੇ। ਬਹੁਤ ਚੀਜ਼ਾਂ ਮੈਂਸ਼ਨ ਹੁੰਦੀਆਂ, ਕਈ ਵਾਰ ਲਿਖਿਆ ਹੁੰਦਾ Core i7 ਲੈਪਟਾਪ ਚਾਹੀਦਾ, ਪਰ ਉਹਦਾ ਕੋਈ ਇੰਨਾ ਚੱਕਰ ਨਹੀਂ ਹੈਗਾ ਜੀ। ਸਟੂਡੈਂਟਸ ਆਪਣੇ Core i3 ਤੇ ਵੀ ਕੰਮ ਕਰ ਲੈਂਦੇ ਆ, Core i5 ਤੇ ਵੀ ਕੰਮ ਹੋ ਜਾਂਦਾ। ਸੋ ਯੂ ਨੀਡ ਨਾਟ ਵਰੀ ਅਬਾਊਟ ਆਲ ਦਿਸ ਥਿੰਗਸ। ਐਂਡ ਅਗਰ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਡਾਊਟ ਹੈ ਜਾਂ ਕੋਈ ਕੁਐਰੀ ਹੈ ਜਾਂ ਕਿਸੇ ਹੋਰ ਸਬਜੈਕਟ ਬਾਰੇ ਜਾਂ ਕਿਸੇ ਹੋਰ ਪ੍ਰੋਗਰਾਮ ਬਾਰੇ, ਕਿਸੇ ਹੋਰ ਯੂਨੀਵਰਸਿਟੀ ਕਾਲਜ ਬਾਰੇ ਪੁੱਛਣਾ ਚਾਹੁੰਦੇ ਹੋ, ਨੀਚੇ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਮੈਸੇਜ ਕਰ ਸਕਦੇ ਹੋ।
ਵਿਲ ਰੀਡ ਦ ਕਮੈਂਟਸ ਐਂਡ ਡੈਫੀਨੇਟਲੀ ਰੀਚ ਬੈਕ ਟੂ ਯੂ। ਤੁਹਾਡੇ ਲਈ ਨਵੀਂ ਵੀਡੀਓ ਬਣਾਵਾਂਗੇ ਜਿਹਦੇ ਵਿੱਚ ਸਾਰਾ ਕੁਝ ਸਮਝਾਇਆ ਜਾਏਗਾ। ਐਂਡ ਫਾਈਨਲੀ ਮੈਂ ਜੋ ਸਕਰੀਨ ਦੇ ਉੱਤੇ ਤੁਸੀਂ ਦੇਖ ਸਕਦੇ ਹੋ, ਦਿਸ ਇਜ਼ ਗੈਟ ਇਟ ਡਨ ਐਜੂਕੇਸ਼ਨ ਕੰਸਲਟੈਂਟਸ ਐਂਡ ਪ੍ਰੋਫੈਸਰ ਅੰਕਿਤ ਐਂਡ ਪ੍ਰੋਫੈਸਰ ਸੁਰਭੀ, ਐਂਡ ਹੇਅਰ ਇਜ਼ ਦ WhatsApp ਕੰਸਲਟੇਸ਼ਨ ਨੰਬਰ। ਤੁਸੀਂ ਫ੍ਰੀ ਆਫ ਕਾਸਟ ਕੋਈ ਵੀ ਤੁਹਾਡੇ ਡਾਊਟਸ ਹੈ ਰਿਲੇਟਡ ਟੂ ਥੀਸ ਸਬਜੈਕਟਸ, ਯੂ ਕੈਨ ਡੈਫੀਨੇਟਲੀ ਕੰਟੈਕਟ ਅਸ and will be helping you and will be really happy to help you. Okay students, thank you for watching the entire video and remain in touch, and thank you all.